ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਔਰ ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਤੀਜਾ। ਭਾਈ ਰੇ ਦਾਸਣ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ ਰਹਾਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਕ 66 ਔਰ 67 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਉਪਦੇਸ਼, ਜੋ ਸਿੱਖਿਆ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਇੱਕ ਤੇ ਇਹਦੇ ਵਿੱਚ ਸਤਿਗੁਰੂ ਜੀ ਗੁਰੂ ਕੀ ਸੇਵਾ ਦੇ ਬਾਰੇ ਵਿੱਚ ਸਾਨੂੰ ਦੱਸ ਰਹੇ ਵੀ ਗੁਰੂ ਕੀ ਸੇਵਾ ਕੀ ਹੈ। ਔਰ ਦੂਜਾ ਜਿਹੜਾ ਜ਼ਿਕਰ ਕੀਤਾ ਸਤਿਗੁਰੂ ਜੀ ਨੇ ਉਹ ਗੁਰੂ ਵਾਲੇ ਔਰ ਗੁਰੂ ਤੋਂ ਬੇਮੁਖ ਹੋ ਚੁੱਕੇ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਵਿੱਚ ਵੀ ਸਾਨੂੰ ਸੋਝੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਹੇ ਨੇ। ਸਭ ਤੋਂ ਪਹਿਲਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਹਾਉ ਦੀ ਪੰਕਤੀ ਵਿੱਚ ਜੋ ਜ਼ਿਕਰ ਕੀਤਾ ਉਹਦੇ ਵਿੱਚ ਕਹਿ ਰਹੇ ਵੀ ਭਾਈ ਰੇ, ਹੇ ਭਾਈ ਦਾਸਨ ਦਾਸਾ ਹੋਏ, ਸੇਵਕਾਂ ਦਾ ਵੀ ਸੇਵਕ ਬਣ ਜਾ। ਕਿਹਦੇ? ਅਕਾਲ ਪੁਰਖ ਪਰਮੇਸ਼ਵਰ ਜੀ ਦੇ ਸੇਵਕਾਂ ਦਾ ਸੇਵਕ ਬਣ।
ਜਿਸ ਦਿਨ ਰੱਬ ਜੀ ਦੇ ਭਗਤੀ ਦੇ ਰਸਤੇ ਉੱਤੇ, ਭਗਤੀ ਦੇ ਮਾਰਗ ਉੱਤੇ ਚੱਲਾਂਗੇ, ਸਭ ਤੋਂ ਪਹਿਲਾ ਕਦਮ ਗੁਰੂ ਪਾਤਸ਼ਾਹ ਦੱਸਦੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣੁਕਾ ਤਾਓ ਆਓ ਹਮਾਰੇ ਪਾਸ। ਇਹ ਸਾਡਾ ਪਹਿਲਾ ਕਦਮ ਹੈ। ਪਹਿਲਾ ਕਦਮ ਕਹਿ ਲਈਏ, ਪਹਿਲਾ ਲੈਸਨ ਕਹਿ ਲਈਏ, ਜਾਂ ਸਤਿਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ ਕੀਤੀ ਪਹਿਲੀ ਸਿੱਖਿਆ ਕਹਿ ਲਈਏ, ਵੀ ਜਦੋਂ ਅਸੀਂ ਧਰਮ ਦੇ, ਭਗਤੀ ਦੇ ਰਸਤੇ ਉੱਤੇ ਤੁਰਨਾ ਹੈ, ਚੱਲਣਾ ਹੈ, ਤੇ ਸਾਡੇ ਕੋਲ ਸਭ ਤੋਂ ਪਹਿਲਾਂ ਮਰਨ ਦੀ ਆਸ ਹੋਣੀ ਚਾਹੀਦੀ। ਪਹਿਲਾਂ ਸਾਨੂੰ ਇਹ ਗੱਲ ਪ੍ਰਵਾਨਣੀ ਪਏਗੀ ਕਿ ਮੈਂ ਮਰਨਾ ਹੈ। ਹੁਣ ਉਹ ਸਰੀਰਕ ਤੌਰ ਤੇ ਨਹੀਂ, ਕਿਉਂਕਿ ਧਰਮ ਦਾ ਸੰਬੰਧ ਅਸੀਂ ਸੋਚ ਕੇ ਬੈਠੇ ਹਾਂ ਵੀ ਕਾਇਆ ਨਾਲ ਹੈ, ਸਰੀਰ ਨਾਲ ਹੈ, ਪਰ ਧਰਮ ਦਾ ਸੰਬੰਧ ਕਾਇਆ ਨਾਲ ਨਹੀਂ। ਮੇਰੇ ਸਾਹਿਬ ਜੀ ਦਾ ਜੋ ਜ਼ਿਕਰ ਹੈ, ਮਾਲਕ ਪਾਤਸ਼ਾਹ ਕਹਿੰਦੇ ਵੀ ਪਹਿਲੋਂ ਕਬੂਲ ਕਰ ਮਰਨਾ। ਮਰਨਾ ਕੀ ਹੈ? ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਪਹਿਲੋਂ ਸ਼ਬਦ ਦੇ ਰਾਹੀਂ ਆਪਣੇ ਆਪੇ ਨੂੰ, ਆਪਣੇ ਭਾਵ ਨੂੰ ਖਤਮ ਕਰਨਾ। ਜਦੋਂ ਆਪਣੇ ਭਾਵ ਨੂੰ ਖਤਮ ਕਰਾਂਗੇ ਤੇ ਫਿਰ ਸਦ ਜੀਵਨ ਹੋਈ, ਫਿਰ ਹਮੇਸ਼ਾ ਜੀਵਨ ਹੀ ਜੀਵਨ ਹੈ, ਜ਼ਿੰਦਗੀ ਜ਼ਿੰਦਗੀ ਹੈ। ਔਰ ਸਤਿਗੁਰੂ ਜੀ ਨੇ ਫਿਰ ਇਹ ਨਹੀਂ ਵੀ ਕੱਲਾ ਕਬੂਲ ਕਰ ਲਿਆ ਮਰਨ ਨੂੰ, ਉਹ ਤੋਂ ਬਾਅਦ ਚ ਮਾਲਕ ਕਹਿੰਦੇ ਵੀ ਇੱਕ ਕਰਮ ਹੋਰ ਕਰ, ਹੋ ਸਭਨ ਕੀ ਰੇਣੁਕਾ, ਨੀਵਾ ਹੋ ਨਾ, ਰੇਣੁਕਾ ਬਣ ਜਾ, ਚਰਨ ਧੂੜ ਬਣ ਜਾ। ਜੇ ਸਭਨਾ ਦੀ ਰੇਣ ਬਣੇਗਾ, ਸਭਨਾ ਦੀ ਚਰਨ ਧੂੜੀ ਬਣੇਗਾ, ਤਾਂ ਆਓ ਹਮਾਰੇ ਪਾਸ, ਫਿਰ ਤੂੰ ਆ ਜਾ। ਮਤਲਬ ਇਹ ਹੈ ਕਿ ਜਿੰਨਾ ਚਿਰ ਅਸੀਂ ਨਿਵਾਣੇਪਣ ਵਿੱਚ ਨਹੀਂ ਆ ਜਾਂਦੇ, ਨਿਵਾਣਪਣ ਵਿੱਚ ਨਹੀਂ ਆ ਜਾਂਦੇ, ਜਾਂ ਨਿਮਰਤਾ ਭਾਵ ਵਿੱਚ ਨਹੀਂ ਆ ਜਾਂਦੇ। ਹੁਣ ਨਿਮਰਤਾ ਭਾਵ ਵਿੱਚ ਕੌਣ ਆਏਗਾ? ਜਿਨਨੇ ਮਰਨਾ ਕਬੂਲ ਕੀਤਾ। ਜਿਨਨੇ ਮਰਨਾ ਕਬੂਲ ਹੀ ਨਹੀਂ ਕੀਤਾ, ਉਹ ਨਿਮਰਤਾ ਭਾਵ ਵਿੱਚ ਕਿਵੇਂ ਆਏਗਾ? ਜਾਂ ਜਿਹੜੇ ਸ਼ਖਸ ਨੇ, ਜਿਹੜੀ ਸ਼ਖਸੀਅਤ ਨੇ ਆਪਣੇ ਆਪੇ ਨੂੰ ਮਾਰਨ ਦੀ ਪ੍ਰਵਾਨਗੀ, ਮਤਲਬ ਆਪਣੇ ਆਪੇ ਨੂੰ ਮਰਨਾ ਕਬੂਲ ਹੀ ਨਹੀਂ ਕੀਤਾ, ਮਾਰਨਾ ਕਬੂਲ ਹੀ ਨਹੀਂ ਕੀਤਾ, ਉਹ ਇਨਸਾਨ ਨਿਮਰਤਾ ਵਿੱਚ ਕਿਵੇਂ ਆਏਗਾ? ਨਿਮਾਣ ਵਿੱਚ ਕਿਵੇਂ ਆਏਗਾ? ਜਿੰਨਾ ਚਿਰ ਮੈਂ ਹੈ ਉਹਨਾਂ ਚਿਰ ਤੂੰ ਨਹੀਂ ਹੋ ਸਕਦੀ। ਜਾਂ ਜਿੰਨਾ ਚਿਰ ਆਪਣੇ ਕੋਲ ਹਮ ਹੈ, ਮੈਂ ਹੈ, ਮੇਰੀ ਹੈ, ਉਹਨਾਂ ਚਿਰ ਅਸੀਂ ਉਹਦੀ ਵਡਿਆਈ, ਜਾਂ ਉਹਨਾਂ ਚਿਰ ਅਸੀਂ ਨਿਮਰਤਾ ਵਾਲੇ ਪਾਸੇ ਕਿਵੇਂ ਆਵਾਂਗੇ? ਨਿਮਰਤਾ ਵਿੱਚ ਤੇ ਆਉਣ ਲੱਗਿਆਂ ਮੈਂ ਮੇਰੀ ਦਾ ਤਿਆਗ ਕਰਨਾ ਪਏਗਾ। ਮੈਂ ਬਲਵਾਨ ਆ, ਇਹ ਛੱਡਣਾ ਪਏਗਾ। ਮੈਂ ਬਲਵਾਨ ਨਹੀਂ ਆ, ਇਹ ਅਪਣਾਉਣਾ ਪਏਗਾ। ਜਾਂ ਮੈਂ ਕੁਝ ਕਰ ਸਕਦਾ, ਮੇਰੇ ਕੋਲ ਸਮਰੱਥਾ ਹੈ, ਇਹ ਚੀਜ਼ ਤਿਆਗਣੀ ਪਏਗੀ। ਕੀ ਮੰਨਣਾ ਪਏਗਾ? ਵੀ ਮੇਰੇ ਹੱਥ ਵਸ ਕੁਛ ਵੀ ਨਹੀਂ, ਜੋ ਕੁਝ ਕਰਨ ਵਾਲਾ ਉਹ ਪਰਮੇਸ਼ਵਰ ਹੈ, ਮੇਰੇ ਹੱਥ ਵਸ। ਹੁਣ ਇਹਨਾਂ ਚੀਜ਼ਾਂ ਦਾ ਤਿਆਗ ਕਰਾਂਗੇ ਤੇ ਨਿਮਰਤਾ ਭਾਵ ਆਏਗਾ ਨਾ। ਜਿੰਨਾ ਚਿਰ ਸਾਡੇ ਮਨ ਅੰਦਰ ਇਹ ਬਾਤ ਘਰ ਕੀਤੀ ਹੋਈ ਹੈ, ਜਾਂ ਇਹ ਬਾਤ ਵਸੀ ਹੋਈ ਹੈ ਕਿ ਮੇਰੇ ਕੋਲ ਤਾਕਤ ਹੈ, ਮੇਰੇ ਕੋਲ ਸੋਝੀ ਹੈ, ਮੇਰੇ ਕੋਲ ਗਿਆਨ ਹੈ, ਜਾਂ ਮੈਂ ਇਹਨਾਂ ਚੀਜ਼ਾਂ ਦਾ ਬਹੁਤ ਵੱਡਾ ਧਾਰਨੀ ਹਾਂ, ਜਿੰਨਾ ਚਿਰ ਇਹਨਾਂ ਚੀਜ਼ਾਂ ਦੇ ਧਾਰਨੀ ਹੋਣ ਦਾ ਅੰਦਰ ਗੁਮਾਨ ਹੋਏਗਾ, ਉਹਨਾਂ ਚਿਰ ਮੈਂ ਤਿਆਗ ਨਹੀਂ ਸਕਦੇ। ਤੇ ਜਿੰਨਾ ਚਿਰ ਮੈਂ ਨਹੀਂ ਤਿਆਗੀ ਜਾਂਦੀ, ਉਹਨਾਂ ਚਿਰ ਨਿਮਰਤਾ ਕਿੱਥੋਂ ਆਏਗੀ? ਪਹਿਲੋਂ ਤੇ ਸੇਵਕਾਂ ਦੇ ਸੇਵਕ ਬਣਨਾ ਨਾ। ਸੇਵਾ ਤੇ ਗੁਰੂ ਕੀ ਬਾਅਦ ਚੋਂ ਸ਼ੁਰੂ ਹੋਏਗੀ। ਸੇਵਾ ਉਹੀ ਕਰੇਗਾ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇਗਾ। ਜਿਹੜਾ ਆਪਣੇ ਆਪ ਨੂੰ ਉੱਚਾ ਸਮਝ ਰਿਹਾ, ਉਹ ਸੇਵਾ ਕਿੱਥੋਂ ਕਰ ਲੇਗਾ? ਉੱਚਾ ਸਮਝਣ ਵਾਲਾ ਬੰਦਾ, ਕਦੇ ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਇਨਸਾਨ ਸੇਵਾ ਵਿੱਚ ਨਹੀਂ ਜੁੜਦਾ। ਸੇਵਾ ਵਿੱਚ ਉਹ ਜੁੜੇਗਾ ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ। ਹੁਣ ਖਿਆਲ ਕਰੋ, ਸਾਡੀਆਂ ਜ਼ਿੰਦਗੀਆਂ ਦੇ ਵਿਚਲਾ ਅਨੁਭਵ, ਅਸੀਂ ਜਿਹੜੇ ਤੇ ਨੇਤਾ ਪ੍ਰਤੀ ਸਿਰਫ ਇੱਕ ਉਦਾਹਰਣ, ਵਸਤਰ ਆਪਣੇ ਤਨ ਉੱਤੇ ਪਹਿਨਣ ਵਾਲੇ ਆ, ਉਹ ਵਸਤਰ ਧਾਰਨ ਕਰਕੇ ਤੇ ਹੋ ਸਕਦਾ ਵੀ ਅਸੀਂ ਸੇਵਾ ਵਿੱਚ ਲੱਗ ਜਾਈਏ। ਪਰ ਜਿਸ ਦਿਨ ਅਸੀਂ ਆਪਣੀ ਕਾਇਆ ਦੇ ਉੱਤੇ ਰੋਜ਼ਾਨਾ ਦੀ ਰੁਟੀਨ ਨਾਲੋਂ ਵੱਖਰੇ ਵਸਤਰ ਧਾਰਨ ਕੀਤੇ, ਵੀ ਇਹ ਮੇਰੇ ਰੋਜ਼ਾਨਾ ਰੁਟੀਨ ਵਾਲੇ ਨਹੀਂ, ਉਦਣ
ਉਦੋਂ ਦਾਲ ਦੀ ਬਾਲਟੀ ਫੜ ਕੇ ਤੁਰ ਪਾਂਗੇ? ਉਦੋਂ ਹੱਥ ਵਿੱਚ ਪ੍ਰਸ਼ਾਦਿਆਂ ਦੀ ਉਹ ਟੋਕਰੇ ਨੂੰ ਫੜ ਕੇ ਤੁਰ ਪਾਂਗੇ? ਨਹੀਂ। ਕਾਰਨ ਕਿਤੇ ਕੱਪੜੇ ਹੀ ਨਾ ਲਿਬੜ ਜਾਣ। ਉਦੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਿਆ ਨਾ ਵੀ ਮੈਂ ਕੱਪੜੇ ਪਾਏ ਜਿਹੜੇ ਰੋਜ਼ਾਨਾ ਰੂਟੀਨ ਵਾਲੇ ਨਹੀਂ। ਉਦੋਂ ਸੇਵਾ ਤੋਂ ਸਰੀਰਕ ਤੌਰ ਤੇ ਸੇਵਾ ਤੋਂ ਮੁਨਕਰ ਹੋ ਗਿਆ। ਤੇ ਜਿਹੜਾ ਬੰਦਾ ਆਪਣੇ ਆਪ ਨੂੰ ਨਿਤਾ ਪ੍ਰਤੀ ਵੱਡਾ ਸਮਝਣ ਲੱਗਾ, ਉਹ ਗੁਰੂ ਕੀ ਸੇਵਾ ਕਮਾ ਲੇਗਾ? ਕਦੇ ਵੀ ਨਹੀਂ। ਇਸ ਗੱਲ ਦੀ ਕਦੇ ਖਿਆਲ ਰੱਖੋ। ਅਸੀਂ ਕਿਤੇ ਕੋਈ ਵੀ ਸਮਾਗਮ ਜਿਹੜਾ ਉਹਦੇ ਤੇ ਹਾਜ਼ਰੀ ਭਰਨ ਗਏ, ਰਿਸ਼ਤੇਦਾਰ ਸਾਕ ਸੰਬੰਧੀ ਦੇ ਘਰੇ, ਅਗਲੇ ਨੇ ਸੱਦਾ ਪੱਤਰ ਦਿੱਤਾ, ਅਸੀਂ ਚਲੇ ਗਏ। ਹੁਣ ਉੱਥੇ ਗੁਰਬਾਣੀ ਦਾ ਜਾਪ ਹੋ ਰਿਹਾ, ਗੁਰਬਾਣੀ ਪੜ੍ਹੀ ਜਾ ਰਹੀ। ਸਾਡਾ ਫਰਜ਼ ਕੀ ਬਣਦਾ ਕਿ ਅਸੀਂ ਜਾਈਏ, ਗੁਰੂ ਸਾਹਿਬ ਨੂੰ ਨਮਸਕਾਰ ਕਰੀਏ ਤੇ ਕੋਲੇ ਬਹਿ ਕੇ ਬਾਣੀ ਸੁਣੀਏ। ਫਰਜ਼ ਤੇ ਇਹੀ ਬਣਦਾ। ਅਸੀਂ ਕੀ ਕਰਨੇ? ਜਾਈਦਾ, ਗੁਰੂ ਸਾਹਿਬ ਨੂੰ ਨਮਸਕਾਰ ਕੀਤੀ, ਬਹਿਣ ਦੀ ਬਜਾਏ ਉੱਠ ਕੇ ਬਾਹਰ ਆ ਕੇ ਖੜੋ ਜੀ ਦਾ। ਕਾਰਨ ਕੱਪੜੇ ਨਾ ਗੰਦੇ ਹੋ ਜਾਣ। ਸਭ ਤੋਂ ਵੱਡਾ ਰੀਜ਼ਨ ਇਹੀ ਹੈ। ਤੇ ਗੁਰੂ ਕੀ ਸੇਵਾ ਕਿੱਥੇ? ਜਿਸ ਬੰਦੇ ਨੂੰ ਇਹੋ ਡਰ ਬਣਿਆ ਰਿਹਾ ਵੀ ਮੈਂ ਗੁਰੂ ਕੀ ਹਜ਼ੂਰੀ 'ਚ ਬੈਠਾ ਤਾਂ ਨਹੀਂ ਕਿਤੇ ਮਿੱਟੀ ਨਾ ਲੱਗ ਜੇ ਵਸਤਰਾਂ ਨੂੰ, ਉਹ ਇਨਸਾਨ ਸੇਵਾ ਕੀ ਕਰੇਗਾ? ਹੁਣ ਮੇਰੇ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਕੀ ਕਰ, ਭਾਈ ਰੇ ਦਾਸਣ ਦਾਸਾ ਹੋਏ, ਸੇਵਕਾਂ ਦਾ ਸੇਵਕ ਬਣ। ਜਦੋਂ ਸੇਵਕਾਂ ਦਾ ਸੇਵਕ ਬਣੇਗਾ ਨਾ, ਫਿਰ ਸਤਿਗੁਰੂ ਜੀ ਅਗਲਾ ਜਿਹੜਾ ਉਪਦੇਸ਼ ਦਿੰਦੇ, ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ। ਆਈ ਗੁਰੂ ਦੀ ਸੇਵਾ, ਗੁਰੂ ਕੀ ਭਗਤੀ, ਪਰ ਵਿਰਲਾ ਪਾਏ ਕੋਏ। ਗੁਰੂ ਦੀ ਸੇਵਾ ਗੁਰੂ ਦੀ ਭਗਤੀ ਹੈ, ਪਰ ਪਾਉਂਦਾ ਕੋਈ ਵਿਰਲਾ ਹੈ। ਹਰ ਇੱਕ ਨੂੰ ਪ੍ਰਾਪਤ ਵੀ ਨਹੀਂ ਹੁੰਦੀ। ਗੁਰੂ ਕੀ ਭਗਤੀ ਮਤਲਬ ਗੁਰੂ ਕੀ ਸੇਵਾ। ਹੁਣ ਖਿਆਲ ਇਸ ਗੱਲ ਦਾ ਅਸੀਂ ਰੱਖਣਾ ਵੀ ਜਿਨ੍ਹਾਂ ਸੇਵਾਵਾਂ ਵਿੱਚ ਅਸੀਂ ਲੱਗੇ ਹਾਂ, ਕੀ ਉਹ ਸੇਵਾ ਨਹੀਂ? ਅਸੀਂ ਇਹ ਕਦੇ ਚਿੱਤ ਵੀ ਨਹੀਂ ਆਖ ਸਕਦੇ ਵੀ ਉਹ ਸੇਵਾ ਨਹੀਂ। ਉਹ ਸੇਵਾ ਦਾ ਇੱਕ ਅੰਗ ਹੈ, ਇੱਕ ਅੰਗ ਹੈ, ਇੱਕ ਹਿੱਸਾ ਹੈ। ਗੁਰੂ ਸਾਹਿਬ ਦਾ ਅਦਬ ਕਰਨਾ, ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਸਤਿਗੁਰੂ ਪਾਤਸ਼ਾਹ ਜੀ ਅੱਗੇ ਭੇਟਾ ਰੱਖਣੀ, ਮਾਲਕ ਪਾਤਸ਼ਾਹ ਜੀ ਨੂੰ ਰੁਮਾਲਾ ਸਾਹਿਬ ਅਰਪਣ ਕਰਨੇ, ਜਾਂ ਹੋਰ ਲੋੜੀਂਦੀਆਂ ਵਸਤੂਆਂ ਜਿਹੜੀਆਂ ਉਹ ਲੈ ਕੇ ਆਉਣੀਆਂ ਤੇ ਗੁਰੂ ਘਰ ਦੇ ਵਿੱਚ ਜਾਂ ਗੁਰੂ ਸਾਹਿਬ ਜੀ ਦੇ ਅੱਗੇ ਭੇਟਾ ਰੱਖਣੀਆਂ। ਇਹ ਇੱਕ ਸੇਵਾ ਦਾ ਅੰਗ ਹੈ। ਪਰ ਉਹਦੇ ਤੋਂ ਬਾਅਦ ਵਿੱਚ ਜਿਹੜੀ ਅਸੀਂ ਸੇਵਾ ਕਰਨੀ ਸੀ, ਉਹ ਅਸੀਂ ਤੇ ਸੀਮਤ ਰਹਿ ਗਏ ਵੀ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਅਰਪਣ ਕਰਤਾ ਤੇ ਬਹੁਤ ਹੈ, ਅਸੀਂ ਗੁਰੂ ਕੀ ਸੇਵਾ ਕਮਾ ਲਈ। ਅਸੀਂ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਅਰਪਣ ਕੀਤਾ, ਗੁਰੂ ਸਾਹਿਬ ਅੱਗੇ ਦੇਗ, ਗੁਰੂ ਸਾਹਿਬ ਦੇ ਅੱਗੇ ਪ੍ਰਸ਼ਾਦ ਲਿਆ ਕੇ ਅਸੀਂ ਗੁਰੂ ਸਾਹਿਬ ਜੀ ਨੂੰ ਆਖਿਆ ਵੀ ਮਾਲਕ ਜੀ ਉਹ ਪ੍ਰਵਾਨ ਕਰੋ, ਸਾਡੀ ਕਿਰਤ ਕਮਾਈ ਨੂੰ ਸਫਲਿਆਂ ਕਰੋ। ਅਸੀਂ ਇਹਨੂੰ ਸੇਵਾ ਮੰਨ ਲਿਆ। ਇਹ ਸੇਵਾ ਹੈ, ਪਰ ਸੇਵਾ ਦਾ ਇੱਕ ਅੰਗ ਹੈ। ਅਸਲ ਦੇ ਵਿੱਚ ਸੇਵਾ ਇਹ ਸੀ ਵੀ ਮੈਂ ਜਿਹੜਾ ਰੁਮਾਲਾ ਸਾਹਿਬ ਗੁਰੂ ਸਾਹਿਬ ਅੱਗੇ ਅਰਪਣ ਕੀਤਾ ਨਾ, ਉਹ ਰੁਮਾਲਾ ਸਾਹਿਬ ਜਦੋਂ ਗੁਰੂ ਸਾਹਿਬ ਦੇ ਅੰਗਾਂ ਨੂੰ ਲੱਗਾ ਤੇ ਮੈਂ ਮਤਲਬ ਇਹ ਨਹੀਂ ਵੀ ਉਹੀ ਰੁਮਾਲਾ ਸਾਹਿਬ, ਮਤਲਬ ਸੇਵਾ ਇਹ ਸੀ ਕਿ ਮੈਂ ਗੁਰੂ ਸਾਹਿਬ ਉੱਤੇ ਜਿਹੜਾ ਰੁਮਾਲਾ ਸਾਹਿਬ ਰੱਖਿਆ, ਗੁਰੂ ਸਾਹਿਬ ਜੀ ਤੇ ਰੁਮਾਲਾ ਸਾਹਿਬ ਮਾਲਕ ਜੀ ਨੂੰ ਅਰਪਣ ਕੀਤਾ। ਜਿਸ ਰੁਮਾਲਾ ਸਾਹਿਬ ਦੇ ਹੇਠਾਂ ਗੁਰੂ ਸਾਹਿਬ ਜੀ ਦਾ ਸਰੂਪ ਪਿਆ, ਮੈਂ ਉਹਨੂੰ ਰੁਮਾਲਾ ਸਾਹਿਬ ਨੂੰ ਅਦਬ ਨਾਲ ਸਤਿਕਾਰ ਨਾਲ ਚੁੱਕ ਕੇ ਤੇ ਮਾਲਕ ਜੀ ਦੀ ਬਾਣੀ ਪੜ੍ਹਦਾ। ਇਹ ਸੀ ਅਸਲ ਦੇ ਵਿੱਚ ਸੇਵਾ। ਪਰ ਅਸੀਂ ਸੀਮਤ ਰਹਿ ਕੇ ਵੀ ਰੁਮਾਲਾ ਸਾਹਿਬ ਅਰਪਣ ਕਰ ਦੋ। ਰੁਮਾਲਾ ਸਾਹਿਬ ਅਰਪਣ ਕਰਨ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਖਤਮ, ਅਸੀਂ ਗੁਰੂ ਕੀ ਸੇਵਾ ਕਰ ਲਈ। ਰੁਮਾਲਾ ਅਰਪਣ ਕਰਨਾ ਮਾੜੀ ਗੱਲ ਨਹੀਂ, ਗੁਰੂ ਸਾਹਿਬ ਅੱਗੇ ਭੇਟਾ ਰੱਖਣੀ ਮਾੜੀ ਗੱਲ ਨਹੀਂ, ਮੁਬਾਰਕ ਬਾਤ ਹੈ। ਸਤਿਗੁਰੂ ਰਹਿਮਤ ਕਰਨ, ਸਭਨਾਂ ਦੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਨ। ਪਰ ਅਸਲ ਵਿੱਚ ਸਾਡਾ ਫਰਜ਼ ਤੇ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਮੈਂ ਆ ਕੇ ਮਾਲਕ ਪਾਤਸ਼ਾਹ ਜੀ ਕੋਲੋਂ ਗੁਰਬਾਣੀ ਦਾ ਉਪਦੇਸ਼ ਲੈਂਦਾ, ਸਾਹਿਬ ਕੋਲੋਂ ਆ ਕੇ ਤੇ ਮਾਲਕ ਜੀ ਦੇ ਦਰਸ਼ਨ ਰੁਮਾਲਾ ਸਾਹਿਬ ਚੁੱਕ ਕੇ ਮੈਂ ਕਰਦਾ, ਮਤਲਬ ਬਾਣੀ ਪੜ੍ਹਦਾ ਮੈਂ ਤੇ ਸਤਿਗੁਰੂ ਜੀ ਦਾ ਹੁਕਮ ਲੈਂਦਾ, ਮਾਲਕ ਪਾਤਸ਼ਾਹ ਜੀ ਦੀ ਬਾਣੀ ਪੜ੍ਹਦਾ, ਸਤਿਗੁਰੂ ਜੀ ਕੀ ਦਿੱਤੀ ਹੋਈ ਸਿੱਖਿਆ ਨੂੰ ਆਪਣੇ ਪੱਲੇ ਨਾਲ ਬੰਨ੍ਹਦਾ। ਇਹ ਸੀ ਗੁਰੂ ਕੀ
ਸੇਵਾ। ਹੁਣ ਰੁਮਾਲਾ ਸਾਹਿਬ ਤੇ ਅਸੀਂ ਬਹੁਤ ਅਰਪਣ ਕੀਤੇ ਗੁਰੂ ਸਾਹਿਬ ਨੂੰ। ਜਦੋਂ ਮਰਿਆਦਾ ਪੜ੍ਹਦੇ ਆ ਨਾ, ਤੇ ਮਰਿਆਦਾ ਦੇ ਵਿੱਚ ਇੱਕ ਗੱਲ ਲਿਖੀ ਕਿ ਜ਼ਰੂਰੀ ਨਹੀਂ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਰੁਮਾਲਾ ਹੀ ਅਰਪਣ ਕਰਨਾ। ਹੋਰ ਜਿਸ ਵਸਤੂ ਦੀ ਜ਼ਰੂਰਤ ਹੈ, ਗੁਰੂ ਘਰ ਦੇ ਅੰਦਰ ਕਿਸੇ ਹੋਰ ਵਸਤੂ ਪਦਾਰਥ ਦੀ ਜ਼ਰੂਰਤ ਹੋਵੇ, ਲੋੜ ਅਨੁਸਾਰ ਅਸੀਂ ਉਹਨਾਂ ਦੀ ਸੇਵਾ ਕਰ ਸਕਦੇ ਹਾਂ ਆਪਣੀ ਸਮਰੱਥਾ ਮੁਤਾਬਕ। ਕਿਉਂਕਿ ਜਦੋਂ ਰੁਮਾਲਾ ਸਾਹਿਬ ਦਾ ਆਪਾਂ ਵੇਖੀਦਾ ਨਾ, ਰੁਮਾਲਾ ਸਾਹਿਬ ਤੇ ਅਸੀਂ ਕਦੇ ਵੀ ਗੁਰੂ ਸਾਹਿਬ ਜੀ ਦੇ ਸਰੂਪ ਆਪਣੇ ਘਰੇ ਲੈ ਕੇ ਜਾਈਏ ਤਾਂ ਵੀ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟਾ ਕੀਤਾ। ਅਕਸਰ ਅਸੀਂ ਗੁਰੂ ਘਰਾਂ ਦੇ ਵਿੱਚ ਵੀ ਰੁਮਾਲਾ ਸਾਹਿਬ ਅਰਪਣ ਕਰਨ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਹਿੰਦਾ, ਜਿਸ ਕਰਕੇ ਰੁਮਾਲਾ ਸਾਹਿਬ ਦੀਆਂ ਗਿਣਤੀਆਂ ਬਹੁਤ ਵੱਧ ਜਾਂਦੀਆਂ। ਤੇ ਉਹ ਰੁਮਾਲਾ ਸਾਹਿਬ, ਕਿਉਂਕਿ ਜਦੋਂ ਗੁਰੂ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਜਿਹੜਾ ਧਾਰਨ ਕਰਵਾਉਣ ਦੀ ਵਾਰੀ ਆਉਂਦੀ ਹੈ, ਗੁਰੂ ਸਾਹਿਬ ਜੀ ਦੇ ਸਰੂਪ ਉੱਤੇ ਰੁਮਾਲਾ ਸਾਹਿਬ ਧਾਰਨ ਕਰਨ ਦੀ ਵਾਰੀ ਆਉਂਦੀ, ਉਹ ਤੇ ਉਹੀ ਅਪਣਾਇਆ ਜਾਏਗਾ, ਉਹੀ ਰੁਮਾਲਾ ਸਾਹਿਬ ਸਜਾਇਆ ਜਾਏਗਾ ਜਿਹੜਾ ਰੁਮਾਲਾ ਸਾਹਿਬ ਉੱਥੋਂ ਦੇ ਏਰੀਏ ਮੁਤਾਬਕ ਲੱਗਣਾ, ਜਾਂ ਜਿਸ ਤਰੀਕੇ ਦੇ ਨਾਲ ਉੱਥੋਂ ਦੀ ਸਾਰਾ ਪ੍ਰਬੰਧ ਕੀਤਾ ਗਿਆ ਉਸੇ ਮੁਤਾਬਕ ਰੁਮਾਲਾ ਸਾਹਿਬ ਗੁਰੂ ਸਾਹਿਬ ਜੀ ਦੇ ਉੱਤੇ ਸਜਾਇਆ ਜਾਣਾ। ਅਸੀਂ ਜਿਹੜੇ ਰੁਮਾਲਾ ਸਾਹਿਬ ਅਰਪਣ ਕਰਦੇ ਹਾਂ, ਉਹ ਰੁਮਾਲਾ ਸਾਹਿਬ ਗੁਰੂ ਸਾਹਿਬ ਜੀ ਦੇ ਉੱਪਰ ਸਜਾਇਆ ਨਹੀਂ ਜਾਂਦਾ। ਇੱਕ ਵਾਰੀ ਸਾਨੂੰ ਪ੍ਰਸੰਨਤਾ ਮਿਲ ਜਾਂਦੀ ਵੀ ਮਾਲਕ ਪਾਤਸ਼ਾਹ ਦੇ ਅੰਗਾਂ ਨਾਲ ਲੱਗਾ, ਪਰ ਅਸੀਂ ਇਹ ਜ਼ਿੰਮੇਵਾਰੀ ਸੋਚ ਕੇ ਚੱਲੀਏ ਕਿ ਜਿੰਨਾ ਅਸੀਂ ਧਨ, ਜਿੰਨੀ ਦੌਲਤ ਜਾਂ ਜਿੰਨਾ ਵੀ ਅਸੀਂ ਗੁਰੂ ਸਾਹਿਬ ਜੀ ਦੇ ਰੁਮਾਲਾ ਸਾਹਿਬ ਲਈ ਭੇਟਾ ਰੱਖੀ ਹੈ, ਜਾਂ ਗੁਰੂ ਸਾਹਿਬ ਜੀ ਦੇ ਰੁਮਾਲਾ ਸਾਹਿਬ ਵਾਸਤੇ ਭੇਟਾ ਦਸਵੰਧ ਵਜੋਂ ਕੱਢੀ ਹੈ, ਅਸੀਂ ਉਸ ਭੇਟਾ ਨੂੰ ਰੁਮਾਲਾ ਸਾਹਿਬ ਉੱਤੇ ਖਰਚਣ ਦੀ ਬਜਾਏ ਕਿਉਂ ਨਾ ਗੁਰੂ ਘਰ ਦੇ ਵਿੱਚ ਅਸੀਂ ਇਹ ਪੁੱਛ ਲਈਏ ਕਿ ਕਿਸੇ ਵਸਤੂ, ਕਿਸੇ ਪਦਾਰਥ ਦੀ ਜ਼ਰੂਰਤ ਹੈ, ਅਸੀਂ ਆਪਣੀ ਸਮਰੱਥਾ ਮੁਤਾਬਕ ਉਹ ਵਸਤੂ, ਉਹ ਪਦਾਰਥ ਲਿਆ ਕੇ ਗੁਰੂ ਸਾਹਿਬ ਨੂੰ ਅਰਪਣ ਕਰੀਏ। ਜਿਸ ਵਸਤੂ ਦੀ ਜ਼ਰੂਰਤ ਹੈ, ਇੱਕ ਸੇਵਾ ਦਾ ਅੰਗ ਇਹ ਵੀ ਹੈ। ਤੇ ਅੱਜ ਜਿਹੜਾ ਸਤਿਗੁਰੂ ਜੀ ਸੇਵਾ ਦਾ ਅੰਗ ਦੱਸ ਰਹੇ, ਮਾਲਕ ਜੀ ਕਹਿੰਦੇ ਗੁਰ ਕੀ ਸੇਵਾ ਗੁਰ ਭਗਤ ਹੈ। ਗੁਰੂ ਦੀ ਸੇਵਾ ਜਿਹੜੀ ਉਹ ਗੁਰੂ ਕੀ ਭਗਤੀ ਹੈ। ਵਿਰਲਾ ਪਾਏ ਕੋਏ, ਪਰ ਗੁਰੂ ਕੀ ਇਸ ਸੇਵਾ ਨੂੰ ਕੋਈ ਵਿਰਲਾ ਹੀ ਹੈ ਜਿਹੜਾ ਹਾਸਲ ਕਰਦਾ। ਗੁਰੂ ਦੀ ਭਗਤੀ ਕੇਵਲ ਗੁਰੂ ਕਾ ਚਿੰਤਨ ਨਹੀਂ, ਗੁਰੂ ਕੇ ਚਿੰਤਨ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਰਜ਼ਾ, ਗੁਰੂ ਸਾਹਿਬ ਜੀ ਦੇ ਹੁਕਮ ਔਰ ਮਾਲਕ ਪਾਤਸ਼ਾਹ ਜੀ ਦੇ ਸ਼ਬਦ ਅਨੁਸਾਰ ਚੱਲਣਾ, ਇਹ ਵੀ ਮਾਲਕ ਪਾਤਸ਼ਾਹ ਦੀ ਭਗਤੀ ਹੈ। ਤੇ ਅਸਲ ਦੇ ਅੰਦਰ ਜਦੋਂ ਗੁਰੂ ਕੇ ਗਿਆਨ ਨੂੰ ਹਾਸਲ ਕਰਕੇ, ਗੁਰੂ ਕੇ ਦਿੱਤੇ ਉਪਦੇਸ਼ ਨੂੰ ਹਾਸਲ ਕਰਕੇ ਅਸੀਂ ਜੀਵਨਾਂ ਵਿੱਚ ਅਪਣਾ ਲੈਨੇ ਹਾਂ, ਅਸਲ ਵਿੱਚ ਉਦੋਂ ਹੀ ਸਾਨੂੰ ਸੇਵਾ ਦਾ ਅਸਲ ਮਕਸਦ ਕਹਿ ਲਈਏ ਜਾਂ ਅਸਲ ਰੂਪ ਸਾਨੂੰ ਸੇਵਾ ਦਾ ਪਤਾ ਲੱਗਦਾ ਕਿ ਜਦੋਂ ਅਸੀਂ ਗੁਰੂ ਸ਼ਬਦ ਅਨੁਸਾਰੀ ਆਪਣਾ ਜੀਵਨ ਜਿਉਂਦੇ ਹਾਂ। ਗੁਰਮੁਖ ਨਾਮ ਧਿਆਈਐ, ਮਨ ਮੁਖ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਸਹਜੇ ਹੀ ਸੁਖ ਪਾਈਐ, ਸਹਜੇ ਰਹਿ ਸਮਾਏ। ਹੁਣ ਅਗਾਂਹ ਜ਼ਿਕਰ ਕੀਤਾ ਸਤਿਗੁਰੂ ਜੀ ਨੇ ਪਹਿਲੇ ਪਦੇ ਵਿੱਚ, ਕਹਿੰਦੇ ਗੁਰਮੁਖ ਨਾਮ ਧਿਆਈਐ। ਜਿਹੜਾ ਗੁਰੂ ਵਾਲਾ ਹੈ ਉਹ ਕੀ ਕਰਦਾ ਹੈ? ਨਾਮ ਧਿਆਉਂਦਾ। ਮਨਮੁਖ ਬੂਝ ਨਾ ਪਾਏ, ਤੇ ਜਿਹੜਾ ਮਨਮੁਖ ਹੈ ਉਹਨੂੰ ਬੂਝ ਹੀ ਨਹੀਂ ਆਉਂਦੀ, ਸਮਝ ਹੀ ਨਹੀਂ ਆਉਂਦੀ ਉਹਨੂੰ, ਉਹ ਹੈ ਹੀ ਇਸ ਗੱਲ ਤੋਂ ਅਣਜਾਣ। ਤੇ ਜਿਨੇ ਨਾਮ ਧਿਆਇਆ ਉਹ ਮੁਖ ਉਜਲੇ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਰੱਬ ਜੀ ਮਨ ਵਿੱਚ ਆ ਕੇ ਵਸ ਗਏ, ਮੁਖ ਕੀ ਹੋ ਗਿਆ? ਉਜਵਲ ਹੋ ਗਿਆ। ਅਸੀਂ ਉਜਵਲ ਮੁਖ ਵਾਲੇ ਬਣ ਗਏ। ਸਹਿਜੇ ਹੀ ਸੁਖ ਪਾਈ ਹੈ। ਫਿਰ ਕੀ ਹੁੰਦਾ? ਸਹਿਜ ਸੁਭਾਏ ਸੁਖ ਮਿਲ ਜਾਂਦਾ। ਹੁਣ ਉਜਵਲ ਮੁਖ ਮਤਲਬ ਖਿੜਿਆ ਹੋਇਆ, ਪ੍ਰਸੰਨਤਾ ਵਾਲਾ ਮੁਖੜਾ, ਖੁਸ਼ੀ ਵਾਲਾ ਮੁਖੜਾ ਕਿਹਦਾ ਹੋਏਗਾ?
ਜਿਹਦੇ ਕੋਲ ਚੰਗੇ ਕਰਮ ਹੋਣਗੇ। ਪ੍ਰਸੰਨ ਤੇ ਉਹੀ ਹੋਏਗਾ ਨਾ ਜਿਹਨੇ ਚੰਗੇ ਕੰਮ ਕੀਤੇ ਨੇ। ਮਾੜੇ ਕੰਮ ਕਰਨ ਵਾਲਾ ਕਦੇ ਪ੍ਰਸੰਨ ਹੋਇਆ? ਮਾੜੇ ਕਰਮ ਕਰਨ ਵਾਲੇ ਨੂੰ ਕਦੇ ਖੁਸ਼ੀ ਮਿਲੀ ਹੋਵੇ? ਮਾੜੇ ਕਰਮ ਕਰਕੇ ਕਦੇ ਕਿਸੇ ਨੂੰ ਪ੍ਰਸੰਨਤਾ ਮਿਲੀ ਹੋਵੇ? ਨਹੀਂ। ਜਦੋਂ ਮੁਖ ਉਜਵਲ ਦੀ ਵਾਰੀ ਆਏਗੀ, ਮੁਖ ਸੁਰਖਰੂ ਦੀ ਵਾਰੀ ਆਏਗੀ, ਹਮੇਸ਼ਾ ਮੁਖ ਸੁਰਖਰੂ ਉਹੀ ਹੁੰਦਾ ਹੈ ਜਿਹੜਾ ਚੰਗਾ ਹੋਵੇ। ਮਾੜੇ ਕਰਮਾਂ ਵਾਲਾ ਤੇ ਮੁਖ ਲਕਾਉਂਦਾ ਫਿਰਦਾ ਹੈ, ਮਾੜੇ ਕਰਮਾਂ ਵਾਲਾ ਤੇ ਮੁਖ ਛਪਾਉਂਦਾ ਫਿਰਦਾ, ਉਹ ਸੁਰਖਰੂ ਕਿੱਥੋਂ ਹੋਏਗਾ? ਉਹ ਤੇ ਜ਼ਰਦਰੂ ਬਣ ਜਾਏਗਾ। ਉਹਨੂੰ ਕਿਤੇ ਇਹ ਗੱਲ ਪਤਾ ਲੱਗ ਜਾਏ ਵੀ ਮੇਰੇ ਕਰਮਾਂ ਦਾ ਪਤਾ ਲੋਕਾਂ ਨੂੰ ਲੱਗ ਚੁੱਕਾ, ਉਹਦੇ ਮੁਖ ਦੀ ਸਾਰੀ ਰੰਗਤ ਹੀ ਉੱਡ ਜਾਂਦੀ। ਮੁਖ ਹੀ ਪੀਲਾ ਪੈ, ਕਾਹਦੇ ਨਾਲ? ਡਰ ਨਾਲ। ਉਹ ਸੁਰਖਰੂ ਕਿਵੇਂ ਹੋ ਜਾਏਗਾ? ਜਿਨ੍ਹਾਂ ਦੇ ਮੁਖ ਉਜਵਲ ਨੇ, ਉਹਨਾਂ ਦੇ ਮੁਖ ਉਜਵਲ ਦਾ ਕਾਰਨ ਕੀ ਹੈ? ਜਿਹਨੂੰ ਸਤਿਗੁਰੂ ਜੀ ਜ਼ਿਕਰ ਕਰਦੇ, ਕਹਿੰਦੇ ਬਾਣੀ ਦੇ ਅੰਦਰ, ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਧਰਮੀ ਜਿਹੜਾ ਉਹ ਵਿਗਸੇਤ ਵਿੱਚ ਹੈ, ਮਤਲਬ ਹਮੇਸ਼ਾ ਵਿਗਾਸ ਵਿੱਚ ਹੈ, ਖੁਸ਼ੀ ਵਿੱਚ ਹੈ, ਖੇੜੇ ਵਿੱਚ ਹੈ। ਮੁਖ ਉਜਲੇ, ਗੁਰਮੁਖ ਸਦਾ ਮੁਖ ਉਜਲੇ, ਹਰ ਵਸਿਆ ਮਨ ਆਏ। ਕਿਉਂਕਿ ਰੱਬ ਜੀ ਆ ਕੇ ਮਨ ਵਿੱਚ ਵਸ ਗਏ, ਰੱਬ ਜੀ ਆ ਕੇ ਹਿਰਦੇ ਵਿੱਚ ਵਸ ਗਏ। ਉਧਰ ਸਹਿਜੇ ਹੀ ਸੁਖ ਪਾਈ ਹੈ। ਸਹਿਜ ਸੁਭਾ ਕੀ ਮਿਲ ਗਿਆ? ਸੁਖ। ਸਹਿਜੇ ਰਹਿ ਸਮਾਏ, ਤੇ ਉਹ ਹਮੇਸ਼ਾ ਅਡੋਲ ਹੋ ਕੇ ਅਕਾਲ ਪੁਰਖ ਪਰਮੇਸ਼ਵਰ ਵਿੱਚ ਸਮਾਏ ਰਹਿੰਦੇ ਨੇ। ਤੇ ਜਿਨ੍ਹਾਂ ਨੂੰ ਬੂਝ ਹੀ ਨਹੀਂ ਆਈ, ਸਮਝ ਹੀ ਨਹੀਂ ਆਈ, ਇੱਕ ਮਾਲਕ ਪਾਤਸ਼ਾਹ ਜੀ ਦਾ ਬਾਣੀ 'ਚ ਜ਼ਿਕਰ ਹੈ, ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ। ਜੇ ਇੱਕ ਅੱਧ ਚੰਗੀ ਕਰੇ, ਦੂਜੀ ਪੀ ਵਿਰਾਸ। ਜਿਹਨੂੰ ਸਮਝ ਹੀ ਨਹੀਂ ਆਈ ਉਹ ਕਰੇਗਾ ਕੀ? ਨਾਲ ਇਹ ਆਣੇ ਦੋਸਤੀ ਵਡਾਰੂ ਸਿਉ ਨੇਹ, ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ। ਕੀ ਟਿਕਾਣਾ? ਪਾਣੀ 'ਚ ਜਿੰਨੀਆਂ ਮਰਜ਼ੀ ਲਕੀਰਾਂ ਖਿੱਚੀ ਜਾਓ, ਪਤਾ ਲੱਗੇਗਾ? ਅਣਜਾਣ ਬੰਦੇ ਦੀ ਹਾਲਤ ਕੀ ਹੈ? ਪਾਣੀ ਵਿੱਚ ਖਿੱਚੀਆਂ ਹੋਈਆਂ ਲਕੀਰਾਂ ਵਾਲੀ। ਅਣਜਾਣ ਮਨੁੱਖ ਦੀ ਹਾਲਤ ਕੀ ਹੈ ਕਿ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਏ, ਯਤਨ ਕਰ ਲਏ, ਉਹਦੇ ਕੀਤੇ ਹੋਏ ਯਤਨ ਕੀ ਨੇ? ਵਿਅਰਥ। ਸਮਝ ਨਹੀਂ ਹੈ ਤੇ ਮਨਮੁਖ ਬੂਝ ਨਾ ਪਾਏ। ਜਿਹੜਾ ਮਨ ਪਿੱਛੇ ਲੱਗਣ ਵਾਲਾ ਹੈ, ਸਾਹਿਬ ਕਹਿੰਦੇ ਉਹਨੂੰ ਸਮਝ ਹੀ ਨਹੀਂ ਲੱਗੀ, ਬੂਝ ਨਾ ਪਾਏ, ਉਹ ਕਿਸੇ ਗੱਲ ਤੋਂ ਜਾਣੂ ਹੀ ਨਹੀਂ ਹੋਇਆ। ਉਹ ਤੇ ਅਣਜਾਣ ਬੈਠਾ, ਜਾਂ ਅਣਜਾਣ ਕਹਿ ਲਈਏ ਜਾਂ ਅਵੇਸਲਾ ਕਹਿ ਲਈਏ। ਅਵੇਸਲਾ ਸਮਝ ਹੋਣ ਦੇ ਬਾਵਜੂਦ ਵੀ ਲਾਪਰਵਾਹ ਹੋ ਕੇ ਬੈਠਾ। ਇੱਕ ਤੇ ਕਹਿ ਸਕਦੇ ਆ ਵੀ ਸਮਝ ਹੀ ਨਹੀਂ ਸੀ, ਇਸ ਕਰਕੇ ਉਹ ਸਖਣਾ ਹੈ। ਪਰ ਇੱਕ ਸਮਝ ਹੋਣ ਦੇ ਬਾਵਜੂਦ ਵੀ ਸਖਣਾ ਹੈ, ਤੇ ਉਹਨੂੰ ਕੀ ਕਵਾਂਗੇ? ਲਾਪਰਵਾਹ, ਅਵੇਸਲਾ। ਬਹੁਤਾਤ ਗਿਣਤੀ ਉਹਨਾਂ ਦੀ ਹੈ ਜਿਹੜੇ ਲਾਪਰਵਾਹ ਨੇ। ਕਿਹਨੂੰ ਨਹੀਂ ਪਤਾ ਆਪਣੀ ਜ਼ਿੰਦਗੀ ਦਾ ਮਨੋਰਥ? ਜਿਹਨੂੰ ਨਹੀਂ, ਕਿਉਂਕਿ ਨਾ ਜਦੋਂ ਨਾ ਪਤਾ ਹੋਵੇ, ਉਹ ਕੋਈ ਔਗਣ ਕਰੇ ਤੇ ਉਹਨੂੰ ਬਖਸ਼ ਦਿੱਤਾ ਜਾਂਦਾ ਵੀ ਕੋਈ ਨਹੀਂ, ਚੱਲ ਅਗਲੀ ਵਾਰ ਤੋਂ ਧਿਆਨ ਰੱਖੀ। ਤੇ ਜਿਹਨੂੰ ਪਤਾ ਹੋਵੇ ਉਹਨੂੰ ਬਖਸ਼ੇਗਾ ਕੋਈ ਨਹੀਂ। ਇਸੇ ਕਰਕੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪੈਣਾ, ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ ਹੈ, ਜੇ ਵੇਹੀ ਘਾਲੈ ਘਾਲਣਾ ਤੇ ਵੇਹੋ ਨਾਉ ਪਚਾਰੀ ਹੈ। ਤੇ ਕਰਨਾ ਕੀ? ਐਸੀ ਕਲਾ ਨਾ ਖੇਡੀ ਹੈ, ਜਿਤ ਦਰਗਾਹ ਗਿਆ ਹਾਰੀ ਹੈ। ਇਦਾਂ ਦਾ ਕੰਮ ਨਾ ਕਰੀ ਕਿ ਦਰਗਾਹ 'ਚ ਹਾਰ ਕੇ ਜਾਣਾ ਪਏ। ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀ ਹੈ, ਮੂੰਹ ਚੱਲੇ ਸੋ ਅੱਗੇ ਮਾਰੀ ਹੈ। ਜਿਹੜਾ ਪੜਨ ਦੇ ਬਾਵਜੂਦ ਵੀ ਗਲਤ ਕਰੇ ਉਹ ਗੁਨਾਹਗਾਰ। ਹਾਂ, ਸਮਝ ਨਹੀਂ ਸੀ ਫਿਰ ਬਖਸ਼ਿਆ ਜਾਂਦਾ। ਇਸੇ ਕਰਕੇ ਮਾਲਕ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਹੁਣ ਜ਼ਿੰਦਗੀ ਦਾ ਮਨੋਰਥ ਕਿਹਨੂੰ ਹੈ? ਜਿਹਨੂੰ ਨਹੀਂ ਪਤਾ। ਅਸੀਂ ਸੰਸਾਰਕ ਤੌਰ ਤੇ ਆਪਣਾ ਮੋਟਿਵ, ਆਪਣਾ ਟੀਚਾ ਜਿਹੜਾ ਉਹ ਮਿੱਥ ਕੇ ਬੈਠੇ ਆ ਕਿ ਮੈਂ ਫਲਾਣੇ ਟੀਚੇ ਤੇ ਪਹੁੰਚਣਾ ਹੈ। ਸੰਸਾਰਕ ਤੌਰ ਤੇ ਮਿੱਥਿਆ ਹੋਇਆ ਨਾ ਵੀ ਮੈਂ ਪੋਜੀਸ਼ਨ ਤੱਕ, ਇਸ ਸਟੇਟਸ ਤੱਕ, ਇਸ ਅਹੁਦੇ ਤੱਕ ਮੈਂ ਪਹੁੰਚਣਾ। ਅਸੀਂ ਇੱਕ ਸੰਸਾਰਕ ਟੀਚਾ ਮਿੱਥਿਆ ਹੈ। ਜਿੱਥੇ ਅਸੀਂ ਉਹ ਟੀਚਾ ਮਿੱਥਿਆ ਹੋਇਆ, ਕਿ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਜ਼ਿੰਦਗੀ ਦੀ ਸਫਲਤਾ ਤਾਂ ਹੀ ਹੋਣੀ ਹੈ ਜੇ ਸਾਡੇ ਕੋਲ ਚੰਗੇ ਕਰਮ ਤੇ ਰੱਬ ਦੀ ਬੰਦਗੀ ਹੋਏਗੀ। ਕਿਹਨੂੰ ਨਹੀਂ ਪਤਾ? ਜੇ ਨਾ ਪਤਾ ਹੋਵੇ
ਤੇ ਬੰਦਾ ਜਦੋਂ ਸਰੀਰਕ ਤੌਰ ਦੇ ਉੱਤੇ ਬਜ਼ੁਰਗੀ ਵਿੱਚ ਆ ਜਾਂਦਾ, ਫਿਰ ਉਹਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਧਰਮ ਵੀ ਕਮਾਉਣਾ ਚਾਹੀਦਾ? ਪਹਿਲੋਂ ਵੀ ਤੇ ਪਤਾ ਹੀ ਸੀ ਨਾ। ਬਸ ਗੱਲ ਇਹ ਹੈ ਵੀ ਪਹਿਲੋਂ ਆਵੇਸ਼ ਲਾ ਰਿਹਾ, ਹੁਣ ਪਤਾ ਲੱਗ ਗਿਆ ਵੀ ਮੌਤ ਆ ਗਈ ਨੇੜੇ। ਹੁਣ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਚੰਗਾ ਵੀ ਕੁਝ ਕਰ ਲਾਂ। ਪਰ ਉਦੋਂ ਬਾਪੂ ਜੀ ਨੇ ਆਖ ਦਿੱਤਾ, ਕਹਿੰਦੇ ਹੁਣ ਕਰੇਗਾ ਕੀ? ਚਰਨ ਸੀਸ ਕਰ, ਕੰਪਨ ਲਾਗੇ ਨੈਣੋ ਨੀਰ, ਅਸਾਰ ਵਹੈ। ਹੁਣ ਕਰੇਗਾ ਕੀ? ਜਿਹਬਾ ਬਚਨ ਸ਼ੁੱਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੇ। ਉਦੋਂ ਤੋਂ ਧਰਮ ਦੀ ਆਸ ਲਾ ਕੇ ਬਹਿ ਜਾਣਾ। ਪਤਾ ਤੇ ਪਹਿਲਾਂ ਵੀ ਹੈ ਨਾ। ਬਾਬਾ ਕਬੀਰ ਸਾਹਿਬ ਨੇ ਇਸੇ ਕਰਕੇ ਤੇ ਕਿਹਾ, ਮਨ ਜਾਣੇ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਐਂ ਪਰੈ। ਕਿੱਥੋਂ ਦੀ ਖੁਸ਼ੀ ਦੀ ਗੱਲ ਹੈ, ਜਾਂ ਕਿੰਨੀ ਕੁ ਪ੍ਰਸੰਨਤਾ ਦੀ ਗੱਲ ਹੈ। ਹੱਥ ਵਿੱਚ ਦੀਵਾ ਫੜਿਆ ਹੋਵੇ ਤੇ ਤੁਰਿਆ ਹਨੇਰੇ 'ਚ ਆਪਣੇ ਆਪ ਨੂੰ ਸਮਝੀ ਜਾਏ, ਤੇ ਹੱਥ 'ਚ ਦੀਵਾ ਫੜ ਕੇ ਫਿਰ ਖੂਹ 'ਚ ਡਿੱਗਦਾ ਫਿਰੇ। ਮੂਰਖਤਾ ਹੀ ਆਖਾਂਗੇ ਜਾਂ ਅੰਨਾ ਦੱਸਾਂਗੇ? ਦੋਵਾਂ 'ਚੋਂ ਇੱਕ ਕਰਮ ਹੀ ਹੋਏਗਾ ਨਾ। ਵੀ ਜਾਂ ਤੇ ਸੀ ਪਾਗਲ ਭਾਈ, ਉਹਨੇ ਹੱਥ 'ਚ ਦੀਵਾ ਫੜਿਆ, ਮੂਰਖ ਸੀ, ਪਤਾ ਹੀ ਨਹੀਂ ਵੀ ਅੱਗੇ ਖੂਹ 'ਚ ਡਿੱਗ ਪਾਂਗਾ, ਤਾਂ ਡਿੱਗ ਪਿਆ। ਤੇ ਜਾਂ ਹੱਥ 'ਚ ਦੀਵਾ ਫੜਿਆ ਸੀ, ਦੀਵਾ ਬਲ ਰਿਹਾ ਸੀ, ਅੱਖਾਂ ਤੋਂ ਦਿਸਦਾ ਨਹੀਂ ਸੀ, ਇਸ ਕਰਕੇ ਖੂਹ 'ਚ ਡਿੱਗ ਪਿਆ। ਪਰ ਇੱਥੇ ਸਾਰਾ ਕੁਝ ਹੀ ਠੀਕ ਹੈ। ਆਪਣੇ ਆਪ ਨੂੰ ਸਿਆਣਾ ਵੀ ਦੱਸਦਾ, ਆਪਣੇ ਆਪ ਨੂੰ ਸੁਜਾਖਾ ਵੀ ਦੱਸਦਾ, ਪਰ ਡਿੱਗੀ ਫੇਰ ਖੂਹ 'ਚ ਹੀ ਜਾਂਦਾ ਹੈ। ਤੇ ਮਾਲਕ ਜੀ ਆਖਦੇ ਵੀ ਹੁਣ ਦੱਸ, ਮਨਮੁਖ ਬੂਝ ਨਾ ਪਾਏ। ਨਹੀਂ ਸਮਝ ਲੱਗੀ? ਇਸ ਗੱਲ ਤੋਂ ਅਣਜਾਣ ਜਾਣ ਕੇ ਬਣਿਆ ਰਿਹਾ, ਅਵੇਸਲਾ ਬਣਿਆ ਰਿਹਾ ਕਿ ਬੰਦਗੀ ਵੀ ਕਰਨੀ ਚਾਹੀਦੀ ਹੈ, ਰੱਬ ਜੀ ਦੀ ਭਗਤੀ ਵੀ ਕਰਨੀ ਚਾਹੀਦੀ ਹੈ, ਰੱਬ ਜੀ ਦੇ ਹੁਕਮ, ਰੱਬ ਜੀ ਦੀ ਰਜ਼ਾ ਅਨੁਸਾਰੀ ਚੱਲਣਾ ਚਾਹੀਦਾ ਹੈ। ਇਸ ਗੱਲ ਤੋਂ ਜਾਣ ਕੇ ਅਵੇਸਲਾ ਬਣ ਕੇ, ਅਣਜਾਣ ਬਣ ਕੇ ਤੁਰਿਆ ਫਿਰਿਆ। ਮੱਲ ਕਹਿੰਦੇ ਮਨ ਪਿੱਛੇ ਲੱਗਣ ਵਾਲਾ ਬੂਝ ਨਾ ਪਾਏ, ਸਮਝ ਨਹੀਂ ਸਕਿਆ, ਤੇ ਗੁਰੂ ਵਾਲਾ ਹਮੇਸ਼ਾ ਬੰਦਗੀ 'ਚ ਜੁੜਿਆ ਰਿਹਾ, ਔਰ ਸਹਿਜ ਵਿੱਚ ਸੁੱਖ ਮਾਣਦਾ, ਅਡੋਲ ਹੋ ਕੇ ਉਸ ਅਕਾਲ ਪੁਰਖ ਪਰਮੇਸ਼ਵਰ ਵਿੱਚ ਸਮਾ ਗਿਆ। ਸਦਾ ਸੁਹਾਗ ਸੁਹਾਗਣੀ, ਜੇ ਚੱਲਹਿ ਸਤਿਗੁਰ ਪਾਏ, ਸਦਾ ਪਿਰ ਨਿਹਚਲ ਪਾਈਐ, ਨਾ ਉਹ ਮਰੈ ਨਾ ਜਾਏ, ਸ਼ਬਦ ਮਿਲੀ ਨਾ ਵਿਛੜੈ, ਪਿਰ ਕੈ ਅੰਕ ਸਮਾਏ। ਸਦਾ ਸੁਹਾਗ ਸੁਹਾਗਣੀ, ਜੇ ਚੱਲਹਿ ਸਤਿਗੁਰ ਪਾਏ। ਪਾਏ ਮਤਲਬ ਭਾਣੇ ਵਿੱਚ, ਪ੍ਰੇਮ ਵਿੱਚ। ਜੇ ਕਹਿੰਦੇ ਸੁਹਾਗਣੀ, ਹੁਣ ਇੱਥੇ ਸੁਹਾਗਣੀ ਕਿਹਦੇ ਲਈ ਲਫ਼ਜ਼ ਵਰਤਿਆ? ਜਿਹੜੀ ਰੱਬ ਜੀ ਵਾਲੀ ਹੈ, ਗੁਰਮੁਖ ਇਸਤਰੀ। ਅਸੀਂ ਸੁਹਾਗਣੀਆਂ ਬਣ ਕੇ ਤਾਂ ਹੀ ਜੀਵਨ ਗੁਜ਼ਾਰ ਸਕਦੀਆਂ ਹਾਂ ਜੇ ਗੁਰੂ ਕੇ ਭਾਏ ਅਨੁਸਾਰ ਚੱਲਾਂਗੀਆਂ, ਗੁਰੂ ਕੇ ਪ੍ਰੇਮ ਅਨੁਸਾਰ ਚੱਲਾਂਗੀਆਂ। ਆਪਾਂ ਨਾ ਸੰਸਾਰਕ ਤੌਰ ਦੇ ਉੱਤੇ ਜਦੋਂ ਦੋ ਜੀਆਂ ਦੇ ਸੁਮੇਲ ਦੀ ਗੱਲ ਕਰਦੇ ਆ, ਅਕਸਰ ਜਿੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਲਾਵਾਂ ਦਾ ਜਾਪ ਕੀਤਾ ਜਾਂਦਾ, ਉੱਥੇ ਨਾਲ ਸਿੱਖਿਆ ਦਿੰਦਿਆਂ ਇਹ ਗੱਲ ਜ਼ਰੂਰ ਆਖੀ ਜਾਂਦੀ ਕਿ ਭਾਈ ਸਿਰਫ ਕਾਇਆ ਕਰਕੇ, ਸਰੀਰਾਂ ਕਰਕੇ ਇਕੱਠੇ ਹੋਣ ਦਾ ਨਾਲ ਪਤੀ ਔਰ ਪਤਨੀ ਦਾ ਰਿਸ਼ਤਾ ਕਦੇ ਵੀ ਨਹੀਂ ਨਿਭਦਾ। ਹਮੇਸ਼ਾ ਪਤੀ ਔਰ ਪਤਨੀ ਦਾ ਰਿਸ਼ਤਾ ਉੱਥੇ ਨਿਭਦਾ ਜਿੱਥੇ ਜੋਤ ਇੱਕ ਹੋ ਜਾਏ, ਸੋਚ ਇੱਕ ਹੋ ਜਾਏ, ਉਦੋਂ ਬਿਨਾ ਨਹੀਂ। ਬਾਪੂ ਜੀ ਨੇ ਬਾਣੀ 'ਚ ਵੀ ਜ਼ਿਕਰ ਕੀਤਾ ਨਾ, ਧਨ ਪਿਰ ਇਹ ਨਾ ਆਖੀਣ, ਇਕੱਠੇ ਬਹਿ ਜਾਣਾ ਧਨ ਤੇ ਪਿਰ ਅਖਵਾਉਣ ਦਾ ਮਤਲਬ ਨਹੀਂ ਹੈ। ਜਾਂ ਪਤੀ ਤੇ ਪਤਨੀ ਜਿਹੜਾ ਉਹ ਇਹ ਨਹੀਂ ਵੀ ਅਸੀਂ ਇਕੱਠੇ ਬਹਿ ਕੇ ਤੇ ਅਸੀਂ ਪਤੀ ਤੇ ਪਤਨੀ ਬਣ ਗਏ, ਨਹੀਂ। ਪਤੀ ਤੇ ਪਤਨੀ ਅਸੀਂ ਤਾਂ ਹੀ ਹਾਂ, ਏਕ ਜੋਤ ਦੋਏ ਮੂਰਤੀ। ਸਰੀਰ ਤੇ ਦੋ ਹੀ ਰਹਿਣਗੇ ਪਰ ਸੋਚ ਕੀ ਬਣ ਜੇਗੀ? ਇੱਕ। ਧਨ ਪਿਰ ਕਹੀ ਹੈ ਸੋਏ। ਫਿਰ ਅਸੀਂ ਪਤੀ ਤੇ ਪਤਨੀ ਦਾ ਸੰਬੰਧ ਜਿਹੜਾ ਨਾ ਉਹਦੇ ਵਿੱਚ ਵੱਜਦੇ ਆ ਜਦੋਂ ਸੋਚ ਇੱਕ ਬਣ ਜਾਂਦੀ। ਜੇ ਸੋਚ ਇੱਕ ਨਾ ਬਣੇ, ਇਕੱਠੇ ਹੋ ਕੇ ਬੈਠੇ ਵੀ ਬਹੁਤਾ ਚਿਰ ਇਕੱਠੇ ਹੋ ਕੇ ਬਹਿ ਨਹੀਂ ਸਕਦੇ।
ਉਹ ਕੁਝ ਕੁ ਸਮਾਂ ਹੀ ਪੈਂਦਾ, ਇੱਕ ਕਿਸੇ ਪਾਸੇ ਤੁਰ ਪੈਂਦਾ ਤੇ ਦੂਜਾ ਕਿਸੇ ਪਾਸੇ ਤੁਰ ਪੈਂਦਾ। ਉੱਥੇ ਫਿਰ ਕਿਉਂਕਿ ਸੋਚ ਨਹੀਂ ਨਾ ਮਿਲੀ, ਤੇ ਜਿੰਨਾ ਚਿਰ ਸੋਚ ਨਹੀਂ ਮਿਲੇਗੀ ਉਹਨਾਂ ਚਿਰ ਸੰਬੰਧ ਪੱਕਾ ਨਹੀਂ ਹੋਣਾ, ਉਹਨਾਂ ਚਿਰ ਸੰਬੰਧ ਨਿਭੇਗਾ ਵੀ ਨਹੀਂ। ਹੁਣ ਜਿੰਨਾ ਚਿਰ ਸਾਡੀ ਸੋਚ ਗੁਰੂ ਸਾਹਿਬ ਵਾਲੀ ਨਹੀਂ ਬਣ ਜਾਂਦੀ, ਜਿੱਦਾਂ ਦੀ ਮਾਲਕ ਪਾਤਸ਼ਾਹ ਜੀ ਸਾਨੂੰ ਦੇ ਰਹੇ, ਜਿੱਦਾਂ ਦੀ ਮੱਤ ਦੇ ਰਹੇ ਸਤਿਗੁਰੂ ਸਾਨੂੰ, ਜਿੰਨਾ ਚਿਰ ਉਦਾਂ ਦੀ ਮੱਤ ਸਾਡੀ ਨਹੀਂ ਬਣ ਜਾਂਦੀ ਉਹਨਾਂ ਚਿਰ ਅਸੀਂ ਸੁਹਾਗਣੀਆਂ ਨਹੀਂ ਬਣ ਸਕਦੀਆਂ। ਉਹਦੇ ਘਰ ਦੀਆਂ ਸੁਹਾਗਣਾ ਤੇ ਅਸੀਂ ਉਦੋਂ ਬਣਾਂਗੀਆਂ ਜਦੋਂ, ਜਿਵੇਂ ਭਾਈ ਗੁਰਦਾਸ ਕਹਿੰਦੇ ਨਾ, ਪੁਸ਼ਤ ਹੈ ਸੁਹਾਗਣ ਕਰਮ ਹੈ ਦੁਹਾਗਣ ਕੇ। ਆਪਣੇ ਕੰਮ ਛੱਡਣੇ ਪੈਣਗੇ। ਕਿਹੜੇ? ਦੁਹਾਗਣਾ ਵਾਲੇ। ਕੱਲਾ ਸੁਹਾਗਣਾ ਤੋਂ ਪੁੱਛ ਲੈਣਾ ਵੀ ਸੁਹਾਗ ਭਾਗ ਵਾਲੀਆਂ ਕਿਵੇਂ ਬਣੀਦਾ ਹੈ, ਜਾਂ ਸੁਹਾਗ ਭਾਗ ਵਾਲੀਆਂ ਹਮੇਸ਼ਾ ਕਿੱਦਾਂ ਬਣੇ ਰਹੀਦਾ ਹੈ, ਉਹ ਪੁੱਛ ਲੈਣਾ ਕਾਫੀ ਨਹੀਂ ਹੈ, ਜਿੰਨਾ ਚਿਰ ਉਹ ਪੁੱਛੇ ਹੋਏ ਨੂੰ ਜ਼ਿੰਦਗੀ ਵਿੱਚ ਅਪਣਾ ਨਹੀਂ ਲੈਂਦੇ। ਹੁਣ ਸੁਹਾਗਣਾ ਨੇ ਤੇ ਦੱਸ ਹੀ ਦੇਣਾ ਨਾ ਵੀ ਆਹ ਤਰੀਕਾ ਭਾਈ ਸੁਹਾਗਣ ਰਹਿਣ ਦਾ। ਅਸੀਂ ਬਦਲੀਏ ਹੀ ਨਾ, ਆਪਣਾ ਜਿਉਣ ਦਾ ਤਰੀਕਾ ਹੀ ਨਾ ਬਦਲੀਏ। ਮਾਲਕ ਜੀ ਨੇ ਦੱਸਿਆ, ਕਹਿੰਦੇ ਗੁਰੂ ਕੇ ਭਾਏ ਵਿੱਚ ਰਹਿਣਾ ਪਏਗਾ, ਤੇ ਜਿੰਨਾ ਚਿਰ ਗੁਰੂ ਕੇ ਭਾਏ ਵਿੱਚ ਰਹਿਣਾ ਨੂੰ ਨਹੀਂ ਆ ਜਾਂਦਾ, ਮਤਲਬ ਜਿੰਨਾ ਚਿਰ ਆਪਣੇ ਖਸਮ ਦੀ ਰਜਾ ਵਿੱਚ ਹੀ ਨਹੀਂ ਰਹਿਣਾ ਆ ਜਾਂਦਾ, ਉਹਨਾਂ ਚਿਰ ਅਸੀਂ ਸੁਹਾਗਣ ਕਿਵੇਂ ਬਣ ਜਾਂਗੇ। ਹੁਣ ਖਿਆਲ ਰੱਖਿਓ, ਸੰਸਾਰਕ ਤੌਰ ਤੇ ਵੀ ਇਹ ਗੱਲ ਸਾਡੇ ਲਈ ਢੁਕਦੀ ਹੈ। ਸੰਸਾਰਕ ਤੌਰ ਤੇ ਵੀ ਪਤੀ ਤੇ ਪਤਨੀ ਦਾ ਰਿਸ਼ਤਾ ਨਿਭਦਾ ਹੈ। ਕੁਝ ਗੱਲਾਂ ਪਤੀ ਨੂੰ ਮੰਨਣੀਆਂ ਪੈਂਦੀਆਂ ਤੇ ਕੁਝ ਪਤਨੀ ਨੂੰ। ਦੋਵੇਂ ਹੱਥ ਖੜੇ ਕਰ ਜਾਣ ਵੀ ਅਸੀਂ ਨਹੀਂ ਮੰਨ ਸਕਦੇ, ਤੇ ਕੀ ਹੋਏਗਾ? ਰਿਸ਼ਤਾ ਨਿਭੇਗਾ? ਕਦੀ ਵੀ ਨਹੀਂ। ਕਦੋਂ ਨਿਭਦਾ? ਜਿੱਥੇ ਜ਼ਰੂਰਤ ਹੈ ਪਤੀ ਨੂੰ ਨਿਭਣ ਦੀ, ਉੱਥੇ ਪਤੀ ਨਿਭ ਜਾਏ, ਤੇ ਜਿੱਥੇ ਪਤਨੀ ਨੂੰ ਨਿਭਣ ਦੀ ਜ਼ਰੂਰਤ ਹੈ ਉੱਥੇ ਪਤਨੀ ਨਿਭ ਜਾਏ, ਫਿਰ ਰਿਸ਼ਤਾ ਨਿਭਦਾ। ਇਸੇ ਤਰ੍ਹਾਂ ਹੁਣ ਮੰਨ ਲਓ ਪਤਨੀ ਨੇ ਪਤੀ ਨੂੰ ਆਖਿਆ ਵੀ ਇੱਥੇ ਤੁਹਾਡੀ ਗੁਸਤਾਖੀ ਹੈ, ਤੁਹਾਡੀ ਗਲਤੀ ਹੈ। ਪਤੀ ਮੰਨ ਕੇ ਨਿਭ ਜਾਏ ਤੇ ਸਾਰਾ ਕੁਝ ਖਤਮ, ਮਤਲਬ ਸਾਰਾ ਝਗੜਾ, ਸਾਰਾ ਬਖੇੜਾ, ਸਾਰਾ ਲੜਾਈ ਖਤਮ ਹੋ ਜਾਏਗੀ। ਤੇ ਜੇ ਪਤੀ ਅੱਗੋਂ ਆਖੇ ਵੀ ਮੈਂ ਨਹੀਂ ਨਿਭਦਾ, ਫਿਰ ਕੀ ਹੋਏਗਾ? ਜਾਂ ਪਤੀ ਆਖੇ ਵੀ ਮੈਂ ਮੰਨਦਾ ਆਪਣੀ ਗਲਤੀ, ਤੇ ਪਤਨੀ ਆਖੇ ਵੀ ਨਹੀਂ ਮੈਂ ਮਾਫ ਨਹੀਂ ਕਰਦੀ, ਕੀ ਹੋਏਗਾ? ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰਬਾਣੀ ਦੱਸਦੀ ਹੈ, ਗੁਰਬਾਣੀ ਸਮਝਾਉਂਦੀ ਹੈ। ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆ ਤਰੀਕਾ ਹੈ ਆਪਣੇ ਸੰਸਾਰਕ ਤੌਰ ਤੇ ਪਰਿਵਾਰ ਨੂੰ ਚਲਾਉਣ ਦਾ, ਤੇ ਅਧਿਆਤਮ ਤੌਰ ਉੱਤੇ ਪਰਿਵਾਰ ਨੂੰ ਆਪਣੇ ਨੂੰ ਚਲਾਉਣ ਦਾ, ਅਧਿਆਤਮ ਤੌਰ ਤੇ ਉਸ ਪਰਮੇਸ਼ਵਰ ਨਾਲ ਸੰਬੰਧ ਬਣਾਉਣ ਦਾ। ਆ ਤਰੀਕਾ ਹੈ। ਇੱਕ ਤੇ ਨੀਵੇਂ ਰਹਿਣਾ, ਇੱਕ ਖਿਮਾ ਦਾ ਗੁਣ ਅਪਣਾ ਲੈਣਾ, ਇੱਕ ਰਸਨਾ ਕਰਕੇ ਮਿਠਾਸ ਆਪਣੀ ਰਸਨਾ ਵਿੱਚ ਭਰ ਲੈਣੀ। ਇਹ ਤਿੰਨੋਂ ਗੁਣ ਜਿਹੜੇ ਨਾ ਸੰਸਾਰਕ ਤੌਰ ਉੱਤੇ ਵੀ ਰਿਸ਼ਤੇ ਨਿਭਾਉਣ ਦੇ ਕਰਮ ਆਉਂਦੇ, ਤੇ ਅਕਾਲ ਪੁਰਖ ਪਰਮੇਸ਼ਵਰ ਨਾਲ ਵੀ ਸੰਬੰਧ ਨਿਭਾਉਣ ਦੇ ਕਰਮ ਆਉਂਦੇ। ਤੇ ਜੇ ਹੁਣ ਅੱਗੋਂ ਪਤੀ ਕਹੇ ਵੀ ਚੱਲ ਭਗਵਾਨ ਨੇ ਪ੍ਰਸ਼ਾਦਾ ਛਕਾ ਦੇ, ਤੇ ਉਹ ਆਖੇ ਵੀ ਉੱਠ ਕੇ ਬਣਾ ਲਾ, ਤੇ ਨਿਭ ਜਾਏਗਾ ਰਿਸ਼ਤਾ? ਕਦੇ ਵੀ ਨਹੀਂ। ਭਾਏ ਵਿੱਚ ਤੇ ਚੱਲਣਾ ਹੀ ਪਏਗਾ ਨਾ। ਜੇ ਉਹ ਬਾਹਰੋਂ ਕਾਰ ਵਿਹਾਰ ਕਰਕੇ ਆਇਆ ਤੇ ਘਰ ਦੀ ਜ਼ਿੰਮੇਵਾਰੀ ਪਤਨੀ ਤੇ ਹੈ, ਤੇ ਉਹ ਪਤਨੀ ਆਖੇ ਵੀ ਜਾਓ ਉੱਠ ਕੇ ਕਾਰਜ ਤੇ ਕੰਮ ਤੇ ਆਪਦੀ ਕਾਰ ਕਰੋ, ਕਿਰਤ ਕਰੋ, ਤੇ ਉਹ ਆਖੇ ਵੀ ਮੈਂ ਨਹੀਂ ਜਾਂਦਾ। ਜ਼ਿੰਮੇਵਾਰੀਆਂ ਤੇ ਦੋਵਾਂ ਦੀਆਂ ਨੇ ਨਾ। ਇਸੇ ਤਰ੍ਹਾਂ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਭਾਏ। ਉਹਦੀ ਰਜ਼ਾ ਅਨੁਸਾਰ ਚੱਲਣਾ ਪਏਗਾ, ਜਿਵੇਂ ਗੁਰੂ ਜੀ ਕਹਿੰਦੇ ਉਵੇਂ ਮੰਨਣਾ ਪਏਗਾ। ਫਿਰ ਸਤਿਗੁਰੂ ਨਾਲ ਆਖਦੇ, ਕਹਿੰਦੇ ਸਦਾ ਪਿਰ ਨਿਹਚਲ ਪਾਈ ਹੈ। ਇਹਦੇ ਨਾਲ ਕੀ ਹੋਏਗਾ? ਫਿਰ ਉਹ ਪਿਰ, ਉਹ ਖਸਮ ਹਮੇਸ਼ਾ ਲਈ ਮਿਲ ਜਾਂਦਾ। ਕਿਹੜਾ? ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ। ਨਾ ਉਹ ਮਰੇ ਨਾ ਜਾਏ, ਨਾ ਉਹ ਮਰਦਾ, ਨਾ ਉਹ ਜੰਮਦਾ। ਮਤਲਬ ਇੱਕ ਚਿੰਤਾ ਮੁੱਕ ਜਾਂਦੀ ਹੈ ਕਿ ਮੈਂ ਕਦੇ ਦੁਹਾਗਣ ਹੋਵਾਂਗੀ। ਇਹ ਚਿੰਤਾ ਖਤਮ ਹੋ ਗਈ।
ਫਿਰ ਸ਼ਬਦ ਮਿਲੀ ਨਾ ਵਿਛੜੈ, ਜਿਹੜੀ ਸ਼ਬਦ ਦੇ ਰਾਹੀਂ ਗਿਆਨ ਰਾਹੀਂ ਮਿਲੀ ਹੈ ਉਹ ਕਦੇ ਵਿਛੜਦੀ ਨਹੀਂ। ਪਿਰ ਕੈ ਅੰਕ ਸਮਾਏ, ਉਹ ਤੇ ਪਿਰ ਦੇ ਅੰਕ ਨਾਲ ਸਮਾ ਜਾਂਦੀ ਹੈ, ਮਤਲਬ ਆਪਣੇ ਅਕਾਲ ਪੁਰਖ ਪਰਮੇਸ਼ਵਰ ਦੇ ਅੰਗਾਂ ਨਾਲ ਸਮਾ ਜਾਂਦੀ ਹੈ। ਜਿਹਨੂੰ ਸਤਿਗੁਰੂ ਜੀ ਬਾਣੀ 'ਚ ਆਖਦੇ, ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ। ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਿਲਾ ਲਿਆ ਨਾ, ਫਿਰ ਉਹ ਕਦੇ ਵਿਛੜਨ ਨਹੀਂ ਦਿੰਦਾ। ਅਸ ਗੱਲ ਇਹ ਹੈ ਕਿ ਇੱਕ ਵਾਰ ਅਸੀਂ ਆਪਣਾ ਜੀਵ ਇਸਤਰੀ ਹੋਣ ਦਾ ਫਰਜ਼ ਨਿਭਾ ਲਈਏ ਤੇ ਉਸ ਪਰਮੇਸ਼ਵਰ ਦੇ ਹਿਰਦੇ ਵਿੱਚ ਅਸੀਂ ਪਾ ਜਾਈਏ, ਉਹਨੂੰ ਚੰਗੀਆਂ ਲੱਗ ਜਾਈਏ, ਤਾਂ ਜੋ ਅਸੀਂ ਸਦੀਵ ਸੁਹਾਗਣਾ ਬਣ ਕੇ ਆਪਣਾ ਜੀਵਨ ਗੁਜ਼ਾਰ ਸਕੀਏ। ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਪਾਠ ਪੜੈ ਨਾ ਬੁਝਈ, ਪੇਖੀ ਭਰਮ ਭੁਲਾਏ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਹਰ ਨਿਰਮਲ, ਕਹਿੰਦੇ ਰੱਬ ਜੀ ਬਹੁਤ ਨਿਰਮਲ ਨੇ। ਅਤ ਉਜਲਾ, ਉਜਲ ਬਹੁਤ ਨੇ। ਤੇ ਮਿਲੇਗਾ ਕਿਵੇਂ? ਗੁਰੂ ਰਾਹੀਂ। ਸਤਿਗੁਰੂ ਕੀ ਕਹਿੰਦੇ? ਬਿਨ ਗੁਰ ਪਾਇਆ ਨਾ ਜਾਏ, ਗੁਰੂ ਤੋਂ ਬਿਨਾ ਮਿਲਣਾ ਨਹੀਂ। ਮਤਲਬ ਗਿਆਨ ਤੋਂ ਬਿਨਾ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਰੱਬ ਜੀ ਨਿਰਮਲ ਨੇ, ਉਜਵਲ ਨੇ, ਗਿਆਨ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ ਹੈ। ਰੱਬ ਜੀ ਤੇ ਉਜਵਲ ਰਹਿਣਗੇ ਹੀ ਰਹਿਣਗੇ, ਨਿਰਮਲ ਵੀ ਰਹਿਣਗੇ। ਸਾਨੂੰ ਆਪਣਾ ਆਪਾ ਨਿਰਮਲ ਕਰਨ ਦੀ ਲੋੜ ਹੈ। ਤੇ ਆਪਣਾ ਆਪਾ ਨਿਰਮਲ ਕਿਵੇਂ ਹੋਏਗਾ? ਗਿਆਨ ਸਦਕਾ। ਜਿੰਨਾ ਚਿਰ ਸਾਡੇ ਕੋਲ ਗਿਆਨ ਨਹੀਂ ਆਉਂਦਾ, ਉਹਨਾਂ ਚਿਰ ਅਸੀਂ ਨਿਰਮਲ ਨਹੀਂ ਹੋਵਾਂਗੇ। ਹੋ ਸਕਦਾ ਗਿਆਨ ਤੋਂ ਸਖਣੇ ਅਸੀਂ ਨਿਰਮਲ ਹੋਣ ਦੀ ਕੋਸ਼ਿਸ਼ ਕਰੀਏ ਤੇ ਇਕੱਠੀ ਮੈਲ ਕਰੀ ਜਾਈਏ। ਇਦਾਂ ਹੀ ਹੁੰਦਾ ਨਾ। ਜਿੰਨਾ ਚਿਰ ਗਿਆਨ ਨਹੀਂ, ਬੰਦਾ ਉਹਨਾਂ ਚਿਰ ਕੀ ਕਰਦਾ? ਆਪਣੇ ਜਾਣੇ ਤੇ ਆਪਣੇ ਆਪ ਉਹਨੂੰ ਨਿਰਮਲ ਕਰ ਰਿਹਾ, ਪਰ ਬਣ ਕੀ ਰਿਹਾ? ਉਹ ਮੈਲ ਹੀ ਲੱਗੀ ਜਾਂਦੀ। ਹੋਰ ਜਿਹਨੂੰ ਬਾਪੂ ਜੀ ਕਹਿੰਦੇ, ਗਿਆ ਤੇ ਸੀ ਆਪਣੇ ਕਰਮਾਂ ਦੀ ਮੈਲ ਲਾਉਣ ਵਾਸਤੇ, ਪਰ ਬਣਿਆ ਕੀ? ਇੱਕ ਪਾਉ ਲੱਥੀ ਨਹਾਤੇ ਆ, ਦੋਏ ਭਾ ਚੜੀ ਅਸ ਹੋਰ। ਗਿਆਨ ਤੋਂ ਸਖਣੇ ਦੀ ਹਾਲਤ ਹੈ। ਜੇ ਕੋਲੇ ਗਿਆਨ ਹੁੰਦਾ ਫਿਰ ਪਤਾ ਲੱਗਦਾ ਵੀ ਇਦਾਂ ਮੈਲ ਨਹੀਂ ਲੱਥਣੀ, ਇਦਾਂ ਨਹੀਂ ਸਫਾਈ ਹੋਣੀ। ਮਨ ਦੀ ਨਿਰਮਲਤਾਈ ਤੇ ਹੋਏਗੀ ਜਿੱਦਣ ਮਨ ਕਰਕੇ ਗੁਰੂ ਕਾ ਸ਼ਬਦ ਕਮਾਵਾਂਗਾ, ਜਿੱਦਣ ਮਨ ਕਰਕੇ ਗੁਰੂ ਕੇ ਹੁਕਮ ਅਨੁਸਾਰੀ ਚੱਲਾਂਗਾ। ਜਿਸ ਦਿਨ ਗੁਰੂ ਕੀ ਰਜ਼ਾ ਅਨੁਸਾਰੀ ਚੱਲਾਂਗਾ ਨਾ, ਮਨ ਦੀ ਨਿਰਮਲਤਾਈ ਤੇ ਉਦਣ ਹੋਏਗੀ। ਤੇ ਜਿੰਨਾ ਚਿਰ ਮਨ ਨਿਰਮਲ ਨਹੀਂ ਹੁੰਦਾ, ਉਹਨਾਂ ਚਿਰ ਉਹ ਨਿਰਮਲ ਨਾਲ ਸੰਬੰਧ ਕਿਵੇਂ ਬਣੇਗਾ? ਜਿਹੜਾ ਇੰਨਾ ਉਜਵਲ ਹੈ, ਇੰਨਾ ਸੋਹਣਾ ਹੈ, ਇੰਨਾ ਮੈਲ ਤੋਂ ਰਹਿਤ ਹੈ ਕਿ ਉਹਦੇ ਉੱਤੇ ਰਤਾ ਮਾਤਰ ਵੀ ਲੇਸ਼ ਨਹੀਂ ਹੈ, ਰਤਾ ਮਾਤਰ ਦਾਗ ਵੀ ਨਹੀਂ, ਵੀ ਅਸੀਂ ਕਹਿ ਦਈਏ ਵੀ ਮੈਲਾ ਦਾਗ ਲੱਗਾ ਹੋਇਆ, ਉਹ ਵੀ ਨਹੀਂ ਹੈ। ਤੇ ਅਸੀਂ ਮੈਲ ਭਰੀ ਹੋਈ ਮਨ ਦੇ ਵਿੱਚ ਜਿਹੜਾ ਕਾਲਾ ਸ਼ਾਹ ਹੋ ਚੁੱਕਾ, ਉਹਦੇ ਨਾਲ ਜਾ ਕੇ ਕੀ ਸੁਮੇਲ ਬਣੇਗਾ ਸਾਡਾ? ਸਤਿਗੁਰੂ ਜੀ ਨੂੰ ਨਾ ਜਦੋਂ ਆਪਾਂ ਮਾਲਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਤੇ ਬਾਣੀ ਵਿੱਚ ਜ਼ਿਕਰ ਕਰਦੇ ਹਾਂ, ਸਤਿਗੁਰੂ ਜੀ ਇੱਕ ਉਪਦੇਸ਼ ਦਿੰਦੇ, ਹਮੇਸ਼ਾ ਸੰਬੰਧ ਉੱਥੇ ਬਣਦੇ ਜਿੱਥੇ ਮਤ ਇੱਕੋ ਜੇ, ਉਦੋਂ ਬਿਨਾ। ਹੁਣ ਖਿਆਲ ਰੱਖਿਓ, ਜਿੰਨਾ ਚਿਰ ਜਿਹਨੂੰ ਸਤਿਗੁਰੂ ਕਹਿੰਦੇ ਉੜਤੇ ਕੋ ਉੜਤਾ ਮਿਲੇ, ਉੜਦੇ ਹੋਏ ਨੂੰ ਉੱਡਦੇ ਹੀ ਮਿਲਣਗੇ। ਤੁਰਦੇ ਕੋ ਤੁਰਦਾ, ਤੁਰਦੇ ਹੋਏ ਨੂੰ ਤੁਰਦਾ ਹੀ ਮਿਲੇਗਾ। ਹੁਣ ਤੁਰਨ ਵਾਲਾ ਬੰਦਾ ਕਵੇ ਮੈਨੂੰ ਉੱਡਣ ਵਾਲਾ ਮਿਲੇ, ਮਿਲ ਜੇਗਾ? ਜਾਂ ਉੱਡਣ ਵਾਲਾ ਬੰਦਾ ਕਵੇ ਵੀ ਮੈਂ ਤੁਰਨ ਵਾਲੇ ਨਾਲ ਸੰਬੰਧ ਬਣਾਉਣਾ, ਬਣ ਜੇਗਾ? ਕਦੇ ਵੀ ਨਹੀਂ। ਤੁਰਨ ਵਾਲੇ ਦਾ ਸੰਬੰਧ ਤੁਰਨ ਵਾਲੇ ਨਾਲ ਹੀ ਹੈ। ਵੇਖੋ ਨਾ, ਕਿਤੇ ਕੋਈ ਸਾਕ ਸੰਬੰਧੀ ਸਾਡੇ ਨਾਲ ਸਾਨੂੰ ਮਿਲਣ ਵਾਸਤੇ ਆਇਆ ਹੋਵੇ, ਉਹਨੇ ਕਿਤੇ ਜਾਣਾ ਹੋਵੇ ਤੇ ਅਸੀਂ ਕੀ ਕਰਦੇ ਹਾਂ? ਉਹਦੇ ਨਾਲ ਜਾਂਦੇ ਹਾਂ। ਚਾਹੇ
ਆਪਣੇ ਵਹੀਕਲ ਤੇ ਜਾਈਏ ਤੇ ਭਾਵੇਂ ਉਹਦੇ ਵਹੀਕਲ ਤੇ, ਪਰ ਸਾਨੂੰ ਚੱਲਣਾ ਉਸੇ ਸਪੀਡ ਅਨੁਸਾਰ ਚੱਲਣਾ ਪੈਂਦਾ ਹੈ ਜਿਵੇਂ ਉਹ ਚੱਲਦਾ। ਜੇ ਅਸੀਂ ਹੋਰ ਪਾਸੇ ਨੂੰ ਹੋ ਜਾਈਏ ਤੇ ਅਗਲਾ ਹੋਰ ਪਾਸੇ ਨੂੰ ਹੋ ਜੇ, ਕੀ ਸੰਬੰਧ ਬਣਿਆ ਰਹਿ ਜਾਏਗਾ? ਮਤਲਬ ਅਸੀਂ ਇਕੱਠੇ ਜਾ ਨਹੀਂ ਸਕਦੇ। ਜੇ ਇਕੱਠੇ ਜਾਣਾ ਤੇ ਫਿਰ ਇੱਕੋ ਸਪੀਡ ਵਿੱਚ ਚੱਲਣਾ ਪਏਗਾ, ਜਾਂ ਇੱਕੋ ਵਹੀਕਲ ਤੇ ਜਾਣਾ ਪਏਗਾ, ਜਾਂ ਇੱਕੋ ਤਰੀਕੇ ਨਾਲ ਜਾਣਾ। ਜੇ ਉਹ ਤੁਰ ਕੇ ਚੱਲਿਆ ਤੇ ਸਾਨੂੰ ਵੀ ਤੁਰ ਕੇ ਜਾਣਾ ਪਏਗਾ। ਜੇ ਉਹ ਬਾਏ ਮੋਟਰ ਵਹੀਕਲ ਚੱਲਿਆ ਤੇ ਸਾਨੂੰ ਵੀ ਉਸੇ ਤਰ੍ਹਾਂ ਹੀ ਜਾਣਾ ਪੈਣਾ। ਉਹਦੇ ਤੋਂ ਬਿਨਾਂ ਅਸੀਂ ਨਹੀਂ ਜਾ ਸਕਦੇ। ਇਸੇ ਤਰ੍ਹਾਂ ਜਿਹੜਾ ਇਨਸਾਨ ਮੰਦੀ ਸੋਚ ਵਾਲਾ ਹੋਇਆ ਨਾ, ਉਹਦੇ ਨਾਲ ਜਿੰਨੇ ਹੋਣਗੇ ਉਹ ਮੰਦੀ ਸੋਚ ਵਾਲੇ ਹੀ ਹੋਣਗੇ। ਚੰਗੀ ਵਾਲਾ ਤੇ ਕੋਈ ਟਾਵਾਂ ਹੀ ਹੋਏਗਾ। ਉਹ ਵੀ ਕਿਤੇ ਕਹਿ ਸਕਦੇ ਹਾਂ ਵੀ ਹੰਸ ਉੱਡ ਕੋਧਰੇ ਪਿਆ ਲੋਕ ਵਿਡਾਰਨ ਜਾਏ, ਕਿਤੇ ਉਹ ਕਾਰਨ ਬਣ ਗਿਆ ਹੋਵੇ ਤੇ ਕਹਿ ਸਕਦੇ ਹਾਂ ਵੀ ਉਹ ਚੰਗੀ ਸੋਚ ਵਾਲਾ ਉਹਨਾਂ 'ਚ ਆ ਕੇ ਬਹਿ ਗਿਆ। ਪਰ ਨਹੀਂ, ਮਾੜੀ ਸੋਚ ਵਾਲੇ ਇੱਕ ਥਾਵੇਂ ਤੇ ਚੰਗੀ ਵਾਲੇ ਇੱਕ ਥਾਵੇਂ। ਹੁਣ ਜਿੰਨੇ ਨਿਰਮਲ ਨੇ, ਜਿਵੇਂ ਆਪਾਂ ਵਸਤਰਾਂ ਦੀ ਗੱਲ ਕਰੀਏ, ਕੱਪੜੇ ਨੇ, ਸਾਡੇ ਸਾਫ਼ ਸੁਥਰੇ ਕੱਪੜੇ ਇੱਕ ਪਾਸੇ, ਮੈਲੇ ਇੱਕ ਪਾਸੇ। ਕਦੇ ਸਾਫ਼ ਸੁਥਰੇ ਤੇ ਮੈਲੇ ਕੱਪੜੇ ਇਕੱਠੇ ਤਹਿ ਲਾ ਕੇ ਰੱਖੇ? ਨਹੀਂ। ਇਸੇ ਤਰ੍ਹਾਂ ਜਿਹੜਾ ਮੈਲਾ ਹੋਇਆ ਉਹਦਾ ਸਾਫ਼ ਸੁਥਰੇ ਨਾਲ ਸੰਬੰਧ ਬਣ ਜਾਏਗਾ। ਜੇ ਸਾਡੀ ਮੱਤ ਮੈਲੀ ਹੈ ਤੇ ਸਾਡਾ ਉਸ ਨਿਰਮਲ ਨਾਲ ਸੰਬੰਧ ਬਣ ਜਾਏਗਾ ਜਿਹੜਾ ਹੈ ਹੀ ਬਹੁਤ ਉਜਵਲ, ਬੜਾ ਨਿਰਮਲ? ਕਦੇ ਵੀ ਨਹੀਂ। ਸੰਬੰਧ ਤੇ ਉਹਦੇ ਨਾਲ ਤਾਂ ਹੀ ਬਣੇਗਾ ਜੇ ਅਸੀਂ ਨਿਰਮਲ ਹੋਵਾਂਗੇ, ਤੇ ਜਾਂ ਉਹ ਮੈਲਾ ਹੋਵੇ। ਉਹਨੇ ਮੈਲਾ ਹੋਣਾ ਨਹੀਂ, ਨਿਰਮਲ ਸਾਨੂੰ ਹੀ ਹੋਣਾ ਪੈਣਾ। ਸਾਨੂੰ ਆਪਣੇ ਆਪ ਨੂੰ ਸੁਥਰਿਆਂ ਕਰਨਾ ਪਏਗਾ, ਫਿਰ ਉਹਦੇ ਨਾਲ ਸੰਬੰਧ ਬਣੇਗਾ। ਕਹਿੰਦੇ ਮਾਲਕ ਜੀ ਨਾਲ ਜ਼ਿਕਰ ਕਰਦੇ, ਕਹਿੰਦੇ ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ, ਗਿਆਨ ਤੋਂ ਬਿਨਾ ਨਹੀਂ। ਫਿਰ ਅਗਲੀ ਪੰਕਤੀ ਵੇਖੋ, ਪਾਠ ਪੜ੍ਹੈ ਨਾ ਬੂਝਈ। ਕੀਤਾ ਕੀ? ਪਾਠ ਬਹੁਤ ਪੜ੍ਹਿਆ, ਇੰਨਾ ਕੁ ਪੜ੍ਹਿਆ ਬਾਪੂ ਜੀ ਨੂੰ ਕਹਿਣਾ ਪੈ ਗਿਆ, ਪੜ੍ਹ ਪੜ੍ਹ ਗੱਡੀ ਲੱਦੀ ਐ, ਪੜ੍ਹ ਪੜ੍ਹ ਭਰੀ ਐ ਸਾਥ, ਪੜ੍ਹ ਪੜ੍ਹ ਬੇੜੀ ਪਾਈ ਐ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਇਹ ਕਹਿਣਾ ਪਿਆ ਸਾਹਿਬ ਨੂੰ, ਖਿਆਲ ਰੱਖੀ ਨਾਨਕ ਲੇਖੈ ਇੱਕ ਗੱਲ, ਹੋਰ ਹਉ ਮੈਂ ਝਖਣਾ ਝਾਖ। ਕਿਉਂਕਿ ਅੱਜ ਦੇ ਹਾਲਾਤ ਇਹ ਨੇ ਜੀ, ਮੈਂ ਇੱਕ ਦਿਨ ਵਿੱਚ ਇੰਨੇ ਸੁਖਮਨੀ ਸਾਹਿਬ ਦੇ ਜਾਪ ਕਰ ਲੈਣਾ। ਪੁੱਛ ਲਓ ਹਾਂ ਸੁਖਮਨੀ ਸਾਹਿਬ ਕਹਿੰਦਾ ਕੀ? ਮਾਲਕ ਪਾਤਸ਼ਾਹ ਜੀ ਨੇ, ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਕਿਹਾ ਕੀ ਹੈ? ਇਹ ਨਹੀਂ ਜੀ ਪਤਾ। ਆਖਿਆ ਕੀ? ਮੈਨੂੰ ਜ਼ਬਾਨੀ ਕੰਠ ਹੈ ਸੁਖਮਨੀ ਸਾਹਿਬ, ਮੈਂ ਤੁਰਦਾ ਫਿਰਦਾ ਬਾਣੀ ਪੜ੍ਹਦਾ ਜੀ। ਬੜੀ ਚੰਗੀ ਗੱਲ ਹੈ, ਮੁਬਾਰਕਬਾਦ ਹੈ। ਪਰ ਸੱਜਣਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ 'ਚ ਕਹਿ ਕੀ ਰਹੇ ਸੁਖਮਨੀ ਸਾਹਿਬ ਦੇ? ਕਦੇ ਬੈਠ ਕੇ ਸੋਚਿਆ? ਪੜ੍ਹਿਆ ਕੀ ਹੈ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਨਾ ਗਿਆਨ ਆਇਆ ਹੋਵੇ, ਅਗਿਆਨਤਾ ਉਦਾਂ ਹੀ ਜ਼ਿੰਦਗੀ 'ਚ ਭਰੀ ਪਈ ਹੋਵੇ, ਮਨ ਵਿੱਚ ਚਾਨਣੀ ਨਾ ਹੋਇਆ ਹੋਵੇ, ਤੇ ਸ਼ਲੋਕ ਪੜ੍ਹਿਆ ਗਿਆਨ ਅੰਜਨ ਗੁਰ ਦੀਆ, ਇਹਦਾ ਮਤਲਬ ਅਜੇ ਤੱਕ ਗਿਆਨ ਦਾ ਅੰਜਨ ਮਿਲਿਆ ਨਹੀਂ। ਜੇ ਮਿਲ ਜਾਂਦਾ ਤੇ ਮਨ 'ਚ ਚਾਨਣ ਹੋ ਜਾਂਦਾ। ਪਾਠ ਪੜ੍ਹੈ, ਮਾਲਕ ਜੀ ਕਹਿੰਦੇ ਪੜ੍ਹ ਰਿਹਾ। ਸਾਹਿਬ ਨੇ ਇਹ ਨਹੀਂ ਕਿਹਾ ਵੀ ਪੜ੍ਹਿਆ ਨਹੀਂ ਹੈ, ਪੜ੍ਹ ਰਿਹਾ। ਨਾ ਬੁੱਝਈ, ਪਰ ਬੁੱਝ ਨਹੀਂ ਰਿਹਾ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜਾਓ ਸਹਿਜ ਨਾ ਮਿਲਿਓ ਸੋਈ। ਮਤਲਬ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਜ਼ਿੰਦਗੀ 'ਚ ਕੀ ਆਉਣਾ ਚਾਹੀਦਾ ਸੀ? ਸਹਿਜ। ਤੇ ਜੇ ਆਇਆ ਨਹੀਂ, ਮਾਲਕ ਕਹਿੰਦੇ ਪੜ੍ਹੇ ਸੁਣੇ ਕਿਆ ਹੋਈ,
ਜੋ ਸਹਿਜ ਨਾ ਮਿਲਿਓ ਸੋਈ। ਅੱਗੇ ਵੇਖੋ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ। ਜੇ ਹਨੇਰੇ 'ਚ ਚਾਨਣ ਕਰੇਗਾ ਤੇ ਅਗੋਚਰ ਵਸਤੂ ਮਿਲੇਗੀ ਨਾ, ਤੇ ਜੇ ਚਾਨਣ ਹੀ ਨਾ ਕਰੇ ਦੀਵਾ ਹੱਥ 'ਚ ਚੁੱਕੀ ਫਿਰੇ। ਖਿਆਲ ਰੱਖੋ, ਕੱਲਾ ਦੀਵਾ ਹੱਥ ਵਿੱਚ ਲੈ ਲੈਣਾ ਕਾਫੀ ਨਹੀਂ ਵੀ ਮੈਂ ਦੀਵਾ ਹੱਥ ਤੇ ਰੱਖ ਲਿਆ ਜੀ ਬੜਾ ਹੈ। ਉਹਦੇ ਵਿੱਚ ਤੇਲ ਵੀ ਪਾਉਣਾ ਪਏਗਾ, ਉਹਦੇ 'ਚ ਵੱਟੀ ਵੀ ਰੱਖਣੀ ਪਏਗੀ, ਉਹਨੂੰ ਅੱਗ ਵੀ ਲਾਉਣੀ ਪਏਗੀ। ਬੰਦਾ ਹੱਥ ਤੇ ਦੀਵਾ ਰੱਖ ਕੇ ਤੇ ਆਖੇ ਵੀ ਤੇਲ ਪਾਇਆ ਤੇ ਡੁੱਲ ਜਾਣਾ, ਵੱਟੀ ਪਾਈ ਤੇ ਅੱਗ ਲੱਗ ਜਾਣੀ, ਤੇ ਅੱਗ ਤੋਂ ਫਿਰ ਇਹ ਡਰਦਾ ਤੇ ਚਾਨਣ ਹੋ ਜਾਏਗਾ? ਕਦੇ ਵੀ ਨਹੀਂ। ਇਹ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਨਾ ਪਏਗਾ, ਫਿਰ ਕੀ ਹੋਏਗਾ? ਚਾਨਣ। ਤੇ ਜਦੋਂ ਚਾਨਣ ਹੋਏਗਾ, ਬਸਤ ਅਗੋਚਰ ਲਹੀਐ, ਫਿਰ ਅਗੋਚਰ ਮਿਲੇਗਾ, ਉਹ ਉਦੋਂ ਬਿਨਾ ਨਹੀਂ ਮਿਲਣਾ। ਫਿਰ ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਹੁਣ ਚਾਨਣ ਹੀ ਚਾਨਣ ਹੈ, ਕਿਉਂਕਿ ਅਗੋਚਰ ਵੀ ਮਿਲ ਗਿਆ, ਘਰ 'ਚ ਦੀਵਾ ਵੀ ਬਲ ਪਿਆ। ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਪੋ ਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਗੁਰੂ ਕੋਲ ਮੰਗਿਆ ਕਦੇ ਵੀ ਵਿਵੇਕ ਬੁੱਧੀ ਦਿਓ ਸਤਿਗੁਰੂ ਜੀ ਮੈਨੂੰ? ਅਰਦਾਸ ਰੋਜ਼ ਕੀਤੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਰੋਜ਼ ਗੁਰੂ ਅੱਗੇ ਅਰਦਾਸ ਕੀਤੀ, ਤੇ ਗੁਰੂ ਕਾ ਹੁਕਮ ਅਸੀਂ ਮੰਨਿਆ ਕੋਈ ਨਹੀਂ। ਕਿੱਥੋਂ ਵਿਵੇਕਤਾ ਆਏਗੀ ਤੇ ਕਿੱਥੋਂ ਸੋਝੀ ਆਏਗੀ? ਪਾਠ ਪੜ੍ਹੇ ਨਾ ਬੂਝਈ, ਕਹਿੰਦੇ ਫਿਰ ਇਹ ਵੀ ਸਤਿਗੁਰੂ ਨੇ ਅੱਗੇ ਭੇਖੀ ਭਰਮ ਭੁਲਾਏ, ਭੇਖਾਂ ਵਿੱਚ ਹੀ ਉਲਝਿਆ ਪਿਆ, ਭਰਮ ਵਿੱਚ ਹੀ ਭੁੱਲਿਆ ਪਿਆ। ਕਹਿ ਕੀ ਰਿਹਾ? ਮੈਂ ਪੜ੍ਹਦਾ। ਪਹਿਰਾਵਾ ਕਿੱਦਾਂ ਦਾ? ਪੜ੍ਹਨ ਵਾਲਿਆਂ ਵਾਲਾ ਪਹਿਰਾਵਾ, ਜਿਹਨੂੰ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ, ਇੱਕ ਬੱਚਾ ਘਰੋਂ ਸਕੂਲ ਦੀ ਵਰਦੀ ਪਾ ਕੇ, ਹੱਥ 'ਚ ਕਾਪੀਆਂ ਪੈਨਸਲਾਂ ਫੜ ਕੇ, ਮਤਲਬ ਮੋਢੇ ਬੈਗ ਟੰਗ ਕੇ ਤੇ ਚੱਲਿਆ। ਘਰ ਵਾਲਿਆਂ ਵੱਲੋਂ ਕਿੱਧਰ ਚੱਲਿਆ? ਸਕੂਲ। ਘਰ ਦੇ ਤੇ ਇਹੀ ਕਹਿ ਕੇ ਤੋਰਨ ਲੱਗੇ ਵੀ ਚੱਲ ਪੁੱਤਰਾ ਸਕੂਲ ਚੱਲ, ਤੇ ਉਹ ਸਕੂਲੇ ਪਹੁੰਚੇ ਕੋਈ ਨਾ। ਉਹ ਸਕੂਲ ਜਾਵੇ ਕੋਈ ਨਾ, ਪਹੁੰਚੇ ਕੋਈ ਨਾ, ਵਾਪਸ ਆ ਜਾਏ ਪਰਤ ਕੇ, ਜਦੋਂ ਛੁੱਟੀ ਦਾ ਟਾਈਮ ਹੋ ਗਿਆ ਵਾਪਸ ਆ ਗਿਆ। ਤੇ ਘਰ ਦੇ ਆ ਕੇ ਪੁੱਛ ਲੈਣ ਵੀ ਪੜ੍ਹ ਕੇ ਕੀ ਆਇਆ, ਤੇ ਉਹ ਆਖੇ ਪੜ੍ਹਿਆ ਹੀ ਕੁਛ ਨਹੀਂ। ਫਿਰ ਭੇਖ ਦੇ ਵਿੱਚ ਭਰਮਾਇਆ ਹੀ ਹੈ ਨਾ, ਆਪ ਵੀ ਤੇ ਕੱਲਾ ਟੱਬਰ ਨਹੀਂ ਭਰਮਾਇਆ। ਜਿੰਨੇ ਵੇਖਣ ਵਾਲੇ ਲੋਕ ਸੀ ਸਾਰੇ ਇਹੀ ਕਹਿੰਦੇ ਰਹੇ, ਉਹ ਵੇਖ ਬੱਚਾ ਸਕੂਲ ਜਾਂਦਾ, ਔਰ ਬੱਚਾ ਸਕੂਲੇ ਅਪੜਿਆ ਹੀ ਕੋਈ ਨਹੀਂ। ਔਰ ਇਹਨਾਂ ਨੂੰ ਕੇਵਲ ਅਸੀਂ ਸੰਸਾਰਿਕ ਤੌਰ ਤੇ ਨਾ ਸਮਝੀਏ, ਸਾਡਾ ਪਹਿਰਾਵਾ ਵੇਖ ਕੇ ਕੀ ਕਹਿੰਦੇ ਨੇ ਲੋਕ, ਉਹ ਧਰਮੀ ਜਾਂਦਾ ਹੈ। ਤੇ ਸਾਡੇ ਕੋਲ ਧਰਮ ਹੋਵੇ ਕੋਈ ਨਾ, ਤੇ ਸਾਡੀ ਹਾਲਤ ਕਿੱਦਾਂ ਦੀ? ਉਸ ਬੱਚੇ ਵਰਗੀ ਹੈ ਨਾ, ਵੀ ਜਿੰਨੇ ਲੋਕਾਂ ਨੂੰ ਭਰਮਾਇਆ ਹੈ ਪਰ ਸਮਝਿਆ ਨਹੀਂ। ਕਿਉਂਕਿ ਬੈਗ ਚੁੱਕ ਲੈਣਾ, ਕਾਪੀਆਂ ਚੁੱਕ ਲੈਣੀਆਂ, ਕਿਤਾਬਾਂ ਚੁੱਕ ਲੈਣੀਆਂ, ਤੇ ਸੱਜਣਾ ਫਿਰ ਗਿਆਨ ਲੈਣ ਵਾਸਤੇ ਅਧਿਆਪਕ ਕੋਲ ਵੀ ਜਾਣਾ ਪੈਣਾ। ਸਾਡੇ ਕੋਲ ਕੀ ਹੈ? ਸਾਡਾ ਧਰਮੀ ਬਾਣਾ ਪਹਿਰਾਵਾ। ਇਹਨੂੰ ਅਸੀਂ ਆਪਣੀ ਡਰੈਸ ਸਮਝ ਲਈਏ, ਤੇ ਇਹਨੂੰ ਅਸੀਂ ਆਪਣੀ ਵਰਦੀ ਕਿਸੇ ਤਰੀਕੇ ਵੀ ਨਾਮ ਦੇ ਲਈਏ, ਤੇ ਸਾਡੇ ਕੋਲ ਸਾਡੀ ਜਿਹੜੀ ਬਾਣੀ ਹੈ, ਇਹ ਮਾਲਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਗਿਆਨ, ਤੇ ਇਹਨੂੰ ਸਮਝਣ ਲਈ ਸਾਨੂੰ ਗੁਰੂ ਕੋਲ ਆਉਣਾ ਹੀ ਪੈਣਾ।
ਆ ਕੇ ਸਮਝਾਂਗੇ ਤੇ ਗਿਆਨ ਲੈ ਲਾਂਗੇ। ਤੇ ਜੇ ਅਸੀਂ ਕੱਲਾ ਪੜ੍ਹੀ ਚੱਲੀਏ, ਹੁਣ ਘਰੇ ਬੈਠਾ ਬੱਚਾ ਪੜ੍ਹੀ ਜਾਏ, ਉਹਨੂੰ ਸਮਝਾਵੇ ਕੋਈ ਨਾ, ਉਹਨੂੰ ਸਮਝ ਲੱਗ ਜੇਗੀ। ਅਸੀਂ ਬਹੁਤਾਤ ਸਾਡੀ ਹਾਲਤ ਇਹੀ ਹੈ ਨਾ, ਅਸੀਂ ਪੜ੍ਹੀ ਜਾਂਦੇ ਆ, ਪਰ ਪੜ੍ਹਦਿਆਂ ਹੋਇਆਂ ਕਦੇ ਇਹ ਨਹੀਂ ਸੋਚਿਆ ਵੀ ਗੁਰੂ ਸਾਹਿਬ ਸਾਨੂੰ ਕਹਿਣਾ ਕੀ ਚਾਹੁੰਦੇ ਨੇ। ਕਈ ਵਾਰ ਤੇ ਅਸੀਂ ਪੜ੍ਹਦੇ ਆ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਵਿਸ਼ਰਾਮ, ਕਿਉਂਕਿ ਜਿੰਨਾ ਚਿਰ ਗੁਰਬਾਣੀ ਦੇ ਅੰਦਰ ਅਸੀਂ ਟਿਕਾ ਨਾਲ, ਸਹਿਜ ਨਾਲ ਗੁਰਬਾਣੀ ਨੂੰ ਨਹੀਂ ਪੜ੍ਹਦੇ, ਉਹਨਾਂ ਚਿਰ ਅਸੀਂ ਸਮਝ ਵੀ ਨਹੀਂ ਸਕਦੇ। ਗੁਰਬਾਣੀ ਨੂੰ ਸਮਝਣਾ ਕਠਿਨ ਨਹੀਂ, ਪਰ ਸਾਨੂੰ ਆਪਣੀ ਸੁਰਤ ਦੇ ਕਵਾੜ ਖੋਲਣੇ ਪੈਂਦੇ, ਫਿਰ ਸਮਝ ਲੈ। ਜਿਵੇਂ ਇੱਕ ਨਿੱਕਾ ਜਿਹਾ ਸ਼ਬਦ ਰੱਖਾਂਗਾ, ਫਿਰ ਸਮਾਪਤੀ ਵਾਲੇ ਪਾਸੇ ਆ ਜਾਣਾ। ਭਗਤ ਕਬੀਰ ਸਾਹਿਬ ਦਾ ਇੱਕ ਪਾਵਨ ਸ਼ਬਦ ਹੈ, ਇੱਕੋ ਪੰਕਤੀ, ਨੇੜੇ ਨਾਹੀਂ ਦੂਰ, ਨਿਜ ਆਤਮੈ ਰਹਿਆ ਭਰਪੂਰ। ਹੁਣ ਜੇ ਇਹਨੂੰ ਸਿੱਧਾ ਪੜਾਂਗੇ ਫਿਰ ਤੇ ਨੇੜੇ ਨਾਹੀਂ ਦੂਰ, ਵੀ ਉਹ ਨੇੜੇ ਨਹੀਂ ਹੈ, ਦੂਰ ਬੈਠਾ। ਨਿਜ ਆਤਮੈ ਰਹੇ, ਅਗਲੇ ਪਾਸੇ ਅਸੀਂ ਕਹੀ ਜਾਂਦੇ ਨਿਜ ਆਤਮੈ ਰਹਿਆ ਭਰਪੂਰ, ਵੀ ਉਹ ਅੰਦਰ ਹੀ ਬੈਠਾ। ਇੱਕ ਪਾਸੇ ਅਸੀਂ ਪੜ੍ਹੀ ਜਾਂਦੇ ਨੇੜੇ ਨਾਹੀਂ, ਉੱਥੇ ਮਾਲਕ। ਜੇ ਹੁਣ ਵਿਸ਼ਰਾਮ ਹੋਵੇ ਤੇ ਫਿਰ ਨੇੜੇ, ਉਹ ਨੇੜੇ ਹੈ, ਨਾਹੀਂ ਦੂਰ, ਉਹ ਦੂਰ ਨਹੀਂ ਹੈ। ਕਿੰਨਾ ਨੇੜੇ ਹੈ? ਨਿਜ ਆਤਮੈ ਰਹਿਆ ਭਰਪੂਰ, ਉਹ ਅੰਦਰ ਹੀ ਵਸਿਆ ਹੋਇਆ ਹੈ। ਸਤਿਗੁਰੂ ਜਿਵੇਂ ਪਿਸਤ ਨਜ਼ੀਕ ਰਾਖ ਰਹਿਮਾਨਾ, ਹੁਣ ਮਾਲਕ ਜੀ ਨੇ ਵਿਸ਼ਰਾਮ ਪਿਸਤ ਤੇ ਜਿਹੜਾ ਉਹ ਬਖਸ਼ਿਸ਼ ਕੀਤਾ ਨਾ, ਤੇ ਅਸੀਂ ਪੜ੍ਹੀਏ ਪਿਸਤ ਨਜ਼ੀਕ। ਆਮ ਜਦੋਂ ਬਾਣੀ ਪੜ੍ਹੀ ਜਾਏਗੀ ਉਦੋਂ ਇਦਾਂ ਹੀ ਲਫ਼ਜ਼ ਪੜ੍ਹੇ ਜਾਣਗੇ। ਜਿਹੜਾ ਅਣਜਾਣ ਸ਼ਖਸ ਪੜ੍ਹੇਗਾ ਪਿਸਤ ਨਜ਼ੀਕ, ਹੇ ਰੱਬ ਜੀ ਮੈਨੂੰ ਸਵਰਗ ਦੇ ਨੇੜੇ ਰੱਖ, ਨਹੀਂ। ਇੱਕ ਪਾਸੇ ਅਸੀਂ ਪੜ੍ਹ ਕੇ ਆਏ ਆ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਫਿਰ ਰੱਬ ਅੱਗੇ ਅਰਦਾਸ ਕਰੀ ਜਾਂਦੇ ਵੀ ਮੈਨੂੰ ਸਵਰਗ ਦੇ ਨੇੜੇ ਰੱਖ, ਨਹੀਂ। ਉੱਥੇ ਕਿਹਾ ਪਿਸਤ ਸਵਰਗ, ਨਜ਼ੀਕ ਰਾਖ ਰਹਿਮਾਨਾ, ਮੈਨੂੰ ਆਪਣੇ ਨੇੜੇ ਰੱਖ, ਇਹੀ ਮੇਰੇ ਵਾਸਤੇ ਸਵਰਗ ਹੈ। ਹੁਣ ਜੇ ਗਿਆਨ ਲਵਾਂਗੇ ਗੁਰੂ ਕੋਲੋਂ ਤੇ ਤਾਂ ਹੀ ਸਮਝ ਲੱਗੇਗੀ ਨਾ। ਪਾਠ ਪੜੈ ਨਾ ਬੂਝਈ, ਭੇਖੀ ਭਰਮ ਭੁਲਾਏ, ਭਰਮ ਵਿੱਚ ਹੀ ਭੁੱਲਿਆ ਰਿਹਾ, ਗੁਰਮਤੀ ਹਰ ਸਦਾ ਪਾਇਆ। ਕਹਿੰਦੇ ਗੁਰੂ ਦੀ ਮੱਤ ਨਾਲ ਰੱਬ ਜੀ ਮਿਲ ਜਾਂਦੇ ਨੇ। ਰਸਨਾ ਹਰ ਰਸ ਸਮਾਏ, ਜਦੋਂ ਰਸਨਾ ਰੱਬ ਜੀ ਦੇ ਰਸ ਵਿੱਚ ਸਮਾ ਜਾਂਦੀ ਨਾ, ਫਿਰ ਰੱਬ ਜੀ ਮਿਲ ਜਾਂਦੇ ਨੇ। ਸਭ ਤੋਂ ਪਹਿਲਾਂ ਸਾਡੇ ਕੋਲ ਗੁਰੂ ਕਾ ਹੋਣਾ, ਗਿਆਨ ਕਾ ਹੋਣਾ ਲਾਜ਼ਮੀ ਹੈ। ਗੁਰੂ ਕੀ ਸੇਵਾ ਦਾ ਹੋਣਾ ਲਾਜ਼ਮੀ ਹੈ ਸਾਡੇ ਕੋਲ। ਜਿੰਨਾ ਚਿਰ ਉਹ ਨਹੀਂ, ਉਹਨਾਂ ਚਿਰ ਅਸੀਂ ਉਸ ਪ੍ਰਭੂ ਜੀ ਦੀ ਪ੍ਰਾਪਤੀ ਤੇ ਉਸ ਮਾਲਕ ਜੀ ਦੀ ਬਖਸ਼ਿਸ਼ ਤੋਂ ਸਖਣੇ ਹੀ ਰਵਾਂਗੇ। ਇਸ ਲਈ ਗੁਰੂ ਕੋਲ ਆ ਕੇ ਨਿਤਾ ਪ੍ਰਤੀ ਅਰਦਾਸ ਕਰਿਆ ਕਰੀਏ ਤੇ ਆਪਣੇ ਮਨਾਂ ਨੂੰ ਸਮਝਾਇਆ ਕਰੀਏ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਕਿਤੇ ਆਪਣੇ ਮਨਾਂ ਨੂੰ ਸਮਝਾ ਲਈਏ ਤੇ ਗੁਰੂ ਅੱਗੇ ਅਰਦਾਸ ਨਿਤਾ ਪ੍ਰਤੀ ਕਰਦੇ ਰਿਹਾ ਕਰੀਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। तुम्हारी शरण तुम्हारी आसा, तुम्हारी शरण तुम्हारी आसा, तुम ही सजन सुहेले, तुम ही सजन सुहेले। राखो राखण हार दयाला,
ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਆਪਣੇ ਦਰ ਘਰ ਦੇ ਨਾਲ ਪ੍ਰੀਤ ਪਿਆਰ ਭਰੋਸਾ ਬਖਸ਼ਿਸ਼ ਕਰਨ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਪਾਠ ਪੜ੍ਹੇ ਨਾ ਬੁਝਈ, ਵੇਖੀ ਭਰਮ ਭੁਲਾਏ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।